ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕਨਾਥ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਲੁਕਵਾਂ ਸੱਚ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੀ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਨੈਸ਼ਨਲ ਜਿਹੜਾ ਅਚੀਵਮੈਂਟ ਸਰਵੇ ਹੋਇਆ ਸੀ ਵਿਦਿਆ ਦੇ ਪੱਧਰ ਦਾ, ਉਹਦੇ ਵਿੱਚ ਪੰਜਾਬ ਦਾ ਜਿਹੜਾ ਸਿੱਖਿਆ ਦਾ ਮਾਡਲ ਹੈ ਉਹ ਪਹਿਲੇ ਨੰਬਰ ਤੇ ਆਇਆ ਤੇ ਦਿੱਲੀ ਦਾ ਮਾਡਲ ਕਿੰਨਾ ਪਿਛੜ ਗਿਆ ਪੰਜਾਬ ਦੇ ਇਸ ਮਾਡਲ ਦੇ ਨਾਲੋਂ, ਪੰਜਾਬ ਦੇ ਸਿੱਖਿਆ ਦੇ ਪੱਧਰ ਦੇ ਨਾਲੋਂ। ਇਸ ਤੇ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿਉਂਕਿ ਸਵਾਲ ਬਹੁਤ ਸਾਰੇ ਉੱਠ ਰਹੇ ਨੇ, ਕਿਉਂਕਿ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਹੈ ਉਹ ਜਦੋਂ ਤੋਂ ਸਰਕਾਰ ਬਣੀ ਹੈ ਉਦੋਂ ਤੋਂ ਹੀ ਦਿੱਲੀ ਦੇ ਗੇੜੇ ਲਾ ਰਹੀ ਹੈ ਕਿ ਅਸੀਂ ਦਿੱਲੀ ਵਾਲਾ ਜਿਹੜਾ ਸਿੱਖਿਆ ਦਾ ਮਾਡਲ ਹੈ ਉਹ ਅਸੀਂ ਪੰਜਾਬ ਲੈ ਕੇ ਆਉਣਾ ਹੈ। ਪਰ ਜਿਹੜਾ ਨੈਸ਼ਨਲ ਅਚੀਵਮੈਂਟ ਸਰਵੇ ਹੋਇਆ ਉਹਦੇ ਵਿੱਚ ਪੰਜਾਬ ਦਾ ਮਾਡਲ ਜਿਹੜਾ ਸਭ ਤੋਂ ਉੱਤੇ ਆਇਆ, ਜਿਹੜਾ ਪਸੰਦ ਕੀਤਾ ਗਿਆ। ਤਾਂ ਇਸ ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ, ਜੇ ਪੰਜਾਬ ਦਾ ਮਾਡਲ ਬਿਹਤਰ ਹੈਗਾ ਤਾਂ ਫਿਰ ਦਿੱਲੀ ਵਾਲੇ ਮਾਡਲ ਨੂੰ ਪੰਜਾਬ ਦੇ ਵਿੱਚ ਲਿਆਉਣ ਦੀ ਜ਼ਰੂਰਤ ਪੈ ਕਿਉਂ ਰਹੀ ਹੈ? ਕੀ ਇਸ ਦੇ ਪਿੱਛੇ ਕੋਈ ਰਾਜਨੀਤੀ ਹੈ, ਕੋਈ ਵੱਡੀ ਸਾਜ਼ਿਸ਼ ਹੈ ਜਾਂ ਕੀ ਗੱਲਬਾਤ ਹੈ? ਇਸ ਤੇ ਅਸੀਂ ਜਿਹੜੀ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਇੱਕ ਸਾਬਕਾ ਮੁੱਖ ਮੰਤਰੀ ਨੂੰ ਸਿੱਧੂ ਤੋਂ ਬਾਅਦ, ਸਿੰਗਲੇ ਤੋਂ ਬਾਅਦ, ਡਾਕਟਰ ਬਲਬੀਰ ਤੋਂ ਬਾਅਦ ਹੁਣ ਇੱਕ ਸਾਬਕਾ ਮੁੱਖ ਮੰਤਰੀ ਨੂੰ ਜੇਲ੍ਹ ਹੋ ਗਈ ਹੈ। ਕਿਹੜੇ ਉਹ ਸਾਬਕਾ ਮੁੱਖ ਮੰਤਰੀ ਨੇ, ਕਿਉਂ ਹੋਈ ਹੈ, ਉਸ ਤੇ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਇਹ ਕਰਾਂਗੇ ਕਿ ਪਤਾ ਲੱਗ ਰਿਹਾ ਕਿ ਸੰਗਰੂਰ ਜਿਮਨੀ ਚੋਣ ਜਿਹੜੀ ਹੋਣ ਜਾ ਰਹੀ ਹੈ ਉਹਦੇ ਵਿੱਚ ਬੀਜੇਪੀ ਨੇ ਆਪਣੇ ਵੱਲੋਂ ਜਿਹੜੀ ਆਫਰ ਢੀਂਡਸਾ ਪਰਿਵਾਰ ਨੂੰ ਟਿਕਟ ਦੇ ਲਈ ਕੀਤੀ ਹੈ ਕਿ ਤੁਸੀਂ ਸਾਡੀ ਟਿਕਟ ਤੇ ਚੋਣ ਲੜੋ। ਤਾਂ ਕੀ ਇਹਦਾ ਇਸ ਅਸਰ ਪਊਗਾ? ਬੀਜੇਪੀ ਆਪਣਾ ਉਮੀਦਵਾਰ ਕਿਉਂ ਨਹੀਂ ਉੱਥੇ ਉਤਾਰ ਰਹੀ? ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਰਾਜਨੀਤੀ ਸ਼ਾਸਤਰ ਦੇ ਉੱਘੇ ਵਿਦਵਾਨ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ ਸਿੱਧੂ ਸਾਹਿਬ। ਸਰ ਸ਼ੁਰੂਆਤ ਜਿਹੜੀ ਹੈ ਆਪਾਂ ਇਸੇ ਖਬਰ ਤੋਂ ਹੀ ਕਰਦੇ ਹਾਂ ਕਿ ਜਿਹੜਾ ਨੈਸ਼ਨਲ ਅਚੀਵਮੈਂਟ ਸਰਵੇ ਹੋਇਆ ਸਿੱਖਿਆ ਦੇ ਪੱਧਰ ਨੂੰ ਲੈ ਕੇ, ਉਹਦੇ ਵਿੱਚ ਪੰਜਾਬ ਦਾ ਜਿਹੜਾ ਕਹਿੰਦੇ ਨੰਬਰ 1 ਆਇਆ ਪੰਜਾਬ ਦਾ ਮਾਡਲ ਸਿੱਖਿਆ ਦਾ। ਤਾਂ ਜਿਹੜੀ ਆਪਣੀ ਸਰਕਾਰ ਹੈ ਇਹ ਰੌਲਾ ਪਾ ਰਹੀ ਹੈ ਜਦੋਂ ਤੋਂ ਸਰਕਾਰ ਬਣੀ ਹੈ ਕਿ ਦਿੱਲੀ ਦਾ ਮਾਡਲ ਬੜਾ ਵਧੀਆ, ਦਿੱਲੀ ਦਾ ਸਿੱਖਿਆ ਮਾਡਲ ਬੜਾ ਵਧੀਆ, ਉਹ ਅਸੀਂ ਇੱਥੇ ਲੈ ਕੇ ਆਉਣਾ। ਤੁਹਾਨੂੰ ਯਾਦ ਹੋਊਗਾ ਮੁੱਖ ਮੰਤਰੀ ਸਮੇਤ ਅਫਸਰ ਸਮੇਤ ਸਿੱਖਿਆ ਮੰਤਰੀ ਉੱਥੇ ਜਾ ਕੇ ਉਹਨਾਂ ਦੇ ਸਕੂਲ ਦੇਖ ਕੇ ਆਏ। ਇਹਨਾਂ ਨੇ ਇੱਕ ਵਾਰੀ ਟਰੰਪ ਦੀ ਫੈਮਿਲੀ ਨੂੰ ਵੀ ਬੁਲਵਾਇਆ ਕਿ ਉਹ ਸਾਡੇ ਇੱਥੇ ਆ ਕੇ ਦੇਖ ਕੇ ਗਏ ਨੇ, ਸਾਡਾ ਸਿੱਖਿਆ ਦਾ ਪੱਧਰ ਇੰਨਾ ਵਧੀਆ, ਸਾਡਾ ਸਿੱਖਿਆ ਦਾ ਮਾਡਲ ਇੰਨਾ ਵਧੀਆ। ਪਰ ਜਿਹੜਾ ਸਰਵੇ ਹੋਇਆ ਉਹਦੇ ਵਿੱਚ ਪੰਜਾਬ ਦਾ ਮਾਡਲ ਅੱਗੇ ਆ ਰਿਹਾ। ਇਹ ਰੌਲਾ ਦਿੱਲੀ ਵਾਲਾ ਕਿਉਂ ਪੰਜਾਬ ਸਰਕਾਰ ਪਾ ਰਹੀ ਹੈ ਜੇ ਪੰਜਾਬ ਦਾ ਹੀ ਮਾਡਲ ਇੰਨਾ ਵਧੀਆ? ਕੀ ਇਹਦੇ ਪਿੱਛੇ ਰਾਜਨੀਤੀ ਹੈ? ਚੰਗੇ ਤਰੀਕੇ ਨਾਲ ਸਮਝਾਇਓ ਸਾਡੇ ਦਰਸ਼ਕਾਂ ਨੂੰ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਇਹ ਜਿਹੜਾ ਸਰਵੇ ਹੋਇਆ ਇਹਨੇ ਬਹੁਤ ਕਲੀਅਰ ਕੱਟ ਦੱਸ ਦਿੱਤਾ ਕਿ ਜਿਹੜਾ ਸਾਡਾ ਪੰਜਾਬ ਦੇ ਵਿੱਚ ਵਿਦਿਆ ਦਾ ਜਿਹੜਾ ਸਿਸਟਮ ਹੈਗਾ, ਵਿਦਿਆ ਦਾ ਢਾਂਚਾ ਹੈਗਾ, ਉਹ ਜਿਹੜਾ ਉਹ ਕਾਫੀ ਠੀਕ ਠਾਕ ਹੈ। ਔਰ ਇਹ ਗੱਲ ਠੀਕ ਆ ਕਿ ਸਾਡੇ ਸਾਰੇ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਵਿਦਿਆ ਹੈਗੀ ਆ ਜਾਂ ਸਿਹਤ, ਇਹ ਵੱਡਾ ਮੁੱਦਾ ਬਣਦਾ ਕਿਉਂਕਿ ਲੋਕੀ ਇਹਨੂੰ ਬਾਰ-ਬਾਰ ਉਠਾਉਂਦੇ ਆ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਨੈਸ਼ਨਲ ਅਚੀਵਮੈਂਟ ਸਰਵੇ ਦੇ ਵਿੱਚ ਪੰਜਾਬ ਆਲਮੋਸਟ 24-25 ਪੁਆਇੰਟ ਆਲ ਇੰਡੀਆ ਲੈਵਲ ਦੇ ਉੱਤੇ ਦਿੱਲੀ ਤੋਂ ਅੱਗੇ ਹੈਗਾ। ਔਰ ਸਾਰੇ ਥਾਵਾਂ ਦੇ ਉੱਤੇ ਤੀਸਰੀ ਜਮਾਤ ਦੇ ਵਿੱਚ ਵੀ, ਪੰਜਵੀਂ ਜਮਾਤ ਦੇ ਵਿੱਚ ਵੀ, 8ਵੀਂ ਜਮਾਤ ਦੇ ਵਿੱਚ ਵੀ, ਔਰ ਜਿਹੜੀ 10ਵੀਂ ਜਮਾਤ ਆ ਉਹਨਾਂ ਦੇ ਵਿੱਚ ਪੰਜਾਬ ਜਿਹੜਾ ਵਾ ਨੈਸ਼ਨਲ ਜਿਹੜੀ ਐਵਰੇਜ ਤੋਂ ਤਾਂ ਬਹੁਤ ਉੱਤੇ ਹੈ। ਜਿੱਦਾਂ ਫਾਰ ਐਗਜ਼ਾਮਪਲ ਜਿਹੜੀ ਓਵਰਆਲ ਨੈਸ਼ਨਲ ਐਵਰੇਜ ਹੈਗੀ ਆ ਉਹ 59% ਹੈਗੀ ਆ, ਪੰਜਾਬ 71+ ਹੈ, ਔਰ ਜਿਹੜਾ ਦਿੱਲੀ ਹੈਗਾ ਇਹ 50 ਤੋਂ ਵੀ ਥੱਲੇ ਹੈਗਾ। ਇਸੇ ਤਰੀਕੇ ਦੇ ਨਾਲ ਹੋਰ ਜਿਹੜਾ ਹੈਗਾ ਦਿੱਲੀ ਇੱਕ ਕੈਟੇਗਰੀ ਦੇ ਵਿੱਚ ਜਿਹੜਾ ਹੈਗਾ ਉਹ ਨੈਸ਼ਨਲ ਮਾਡਲ ਨਾਲੋਂ ਵੀ ਥੱਲੇ ਹੈਗਾ। ਨੈਸ਼ਨਲ ਮਾਡਲ ਦਾ ਮਤਲਬ ਹੈਗਾ ਕਿ ਜਿਹੜਾ ਸਾਰੇ ਜਿਹ 'ਚ ਝਾਰਖੰਡ ਵੀ ਆ, ਜਿਹ 'ਚ ਹੋਰ ਛੱਤੀਸਗੜ੍ਹ ਵੀ ਆ, ਜਾਂ ਹੋਰ ਸਾਰੇ ਪ੍ਰਾਂਤਾਂ ਦੀ ਵਿਦਿਆ ਦਾ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਮਿਲਾ ਕੇ ਉਹਦਾ ਜਿਹੜਾ ਟੋਟਲ ਜਿਹੜਾ ਐਗਰੀਗੇਟ ਕੱਢਿਆ ਜਾਂਦਾ। ਸੋ ਮੋਟੀ ਗੱਲ ਇਹ ਹੈਗੀ ਆ ਕਿ ਇਹ ਜਿਹੜਾ ਮਾਡਲ ਦੀ ਗੱਲ ਹੈ, ਕਿਉਂਕਿ ਇਹ ਜਿਹੜਾ ਸਰਵੇ ਸੀ 21 ਦੇ ਵਿੱਚ ਹੋਇਆ ਸੀ ਜਦੋਂ ਇਹ ਤੁਹਾਡਾ ਜਿਹੜਾ ਸੀਗਾ ਆਪਣਾ ਕਰੋਨਾ ਵੀ ਸੀਗਾ। ਪਰ ਕਿਉਂਕਿ ਇਹ ਵਿਦਿਆਰਥੀਆਂ ਦੇ ਉਸ ਸਮੇਂ ਦੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਪੁੱਛੇ ਗਏ ਸਵਾਲਾਂ ਦੇ ਉੱਤੇ ਆਧਾਰਿਤ ਸੀਗਾ, ਤੇ ਇਹ ਤੋਂ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈਗਾ ਵਾ ਉਹ 'ਚ ਸੁਧਾਰ ਕਰਨ ਦੀ ਤਾਂ ਬਹੁਤ ਲੋੜ ਹੈ। ਪਰ ਇਹ ਲੈ ਕੇ ਚੱਲਣਾ ਕਿ ਸਾਡੇ ਸਾਹਮਣੇ ਕੋਈ ਮਾਡਲ ਹੈਗਾ ਵਾ, ਠੀਕ ਆ ਮਾਡਲ ਹੁੰਦੇ ਆ, ਪਰ ਜਿਸ ਮਾਡਲ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਮਾਡਲ ਪਹਿਲਾਂ ਸਾਡੇ ਤੋਂ ਥੱਲੇ ਪਾਸੇ ਬੈਠਾ। ਇਹਦੇ ਬਹੁਤ ਸਾਰੇ ਜਿਹੜੇ ਕਹਿ ਸਕਦੇ ਆ ਕਿ ਇਹਦੀ ਇੰਪਲੀਕੇਸ਼ਨਸ ਹੈਗੀਆਂ। ਪਹਿਲੀ ਗੱਲ ਤਾਂ ਇਹ ਹੈਗਾ ਕਿ ਹੁਣ ਇਹ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈਗੀ ਆ ਪੰਜਾਬ ਦੀ, ਜਾਂ ਜਿਹੜੇ ਦਿੱਲੀ ਦੇ ਵਿੱਚ ਦਿੱਲੀ ਦਰਬਾਰ ਵਾਲੇ ਜਿਹੜੇ ਹੈਗੇ ਆ, ਜਿਹੜੇ ਆਪਣੇ ਮਾਡਲ ਨੂੰ ਵੇਚਦੇ ਸੀਗੇ, ਉਹਦੇ ਉੱਤੇ ਸਵਾਲ ਜਿਹੜਾ ਹੈਗਾ ਕੁਐਸਚਨ ਮਾਰਕ ਲੱਗ ਜਾਂਦਾ ਹੈ। ਹੁਣ ਇਹ ਜਿਹੜੇ ਖਾਸ ਕਰਕੇ ਇਸ ਵੇਲੇ ਪੰਜਾਬ ਦੀ ਸਰਕਾਰ ਵਾ,
ਇਹਦੇ ਜਿਹੜੇ ਮੰਤਰੀ ਹੋਣਗੇ ਜਾਂ ਇਹਦੇ ਮੁੱਖ ਮੰਤਰੀ ਸਾਹਿਬ ਹੋਣਗੇ ਜਾਂ ਹੋਰ ਅਫਸਰ ਹੋਣਗੇ, ਜਿੱਦਾਂ ਤੁਸੀਂ ਕਿਹਾ ਕਿ ਪਿੱਛੇ ਉੱਥੇ ਜਾ ਕੇ ਜਿਹੜਾ ਉਹਨਾਂ ਨੂੰ ਬਿਠਾ ਛੱਡਿਆ। ਇਹ ਠੀਕ ਹੈ ਕਿ ਦਿੱਲੀ ਦੇ ਵਿੱਚ ਕੁਝ ਸਕੂਲਾਂ ਦੇ ਵਿੱਚ ਜਿਹੜਾ ਫਿਜ਼ੀਕਲ ਇਨਫਰਾਸਟ੍ਰਕਚਰ ਜਿਹੜਾ ਹੈਗਾ ਖਾਸ ਕਰਕੇ ਉਹਨੂੰ ਜਿਹੜਾ ਵਾ ਉਹਨੂੰ ਤਕੜਾ ਕੀਤਾ ਵਾ, ਚੰਗੇ ਸਕੂਲ ਬਣਾ ਦਿੱਤੇ ਆ, ਗਰਾਊਂਡਸ ਬਣਾ ਦਿੱਤੀਆਂ ਜਿਹੜੀਆਂ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਔਰ ਜਿਹੜੇ ਬਾਹਰੋਂ ਲੋਕੀ ਵੀ ਆਣ ਕੇ ਦੇਖਦੇ ਆ। ਪਰ ਇਹਦੇ ਨਾਲ ਨਾਲ ਜਿਹੜਾ ਹਿਊਮਨ ਰਿਸੋਰਸ ਡਿਵੈਲਪਮੈਂਟ ਦਾ ਮੁੱਦਾ ਹੈਗਾ, ਉੱਥੇ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਉੱਥੇ ਜਿਹੜੇ ਟੀਚਰ ਹੈਗੇ ਆ ਉਨੀ ਜ਼ਿਆਦਾ ਰਿਕਰੂਟਮੈਂਟ ਉੱਥੇ ਨਹੀਂ ਹੈਗੀ, ਜਾਂ ਉਹਨੇ ਟੀਚਰ ਨਹੀਂ ਹੈਗੇ, ਜਾਂ ਟੀਚਰਾਂ ਦੇ ਵਿੱਚ ਪ੍ਰਿੰਸੀਪਲਸ ਜਿਹੜੇ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਪੋਜੀਸ਼ਨਾਂ ਖਾਲੀ ਹੋ ਗਈਆਂ ਵਾ। ਇਸ ਤਰੀਕੇ ਦੀਆਂ ਕਮੀਆਂ ਉੱਥੇ ਨਾਲ ਨਾਲ ਜਿਹੜੀਆਂ ਰੇਸ ਕੀਤੀਆਂ ਜਾਂਦੀਆਂ। ਪਰ ਪਿਛਲੇ ਸਰਵੇ ਦੇ ਵਿੱਚ ਵੀ ਪੰਜਾਬ ਜਿਹੜਾ ਸੀ ਕਾਫੀ ਬਹੁਤ ਜ਼ਿਆਦਾ ਅੱਗੇ ਸੀ। ਉਹਦੇ ਕਾਰਨ ਮੈਂ ਤੁਹਾਨੂੰ ਦੱਸਦਾ ਕਿ ਖਾਸ ਕਰਕੇ ਜਦੋਂ ਪਿਛਲੇ ਕੋਈ 7-8 ਸਾਲ ਪਹਿਲੋਂ ਜਦੋਂ ਬਾਦਲ ਸਾਹਿਬ ਦੀ ਸਰਕਾਰ ਵੇਲੇ ਉਸ ਸਮੇਂ ਦੇ ਵਿੱਚ ਬਹੁਤ ਵੱਡਾ ਮੁੱਦਾ ਉੱਠਿਆ ਸੀਗਾ। ਸਾਡੀ ਐਜੂਕੇਸ਼ਨ ਵਿਦਿਆ ਦਾ ਹਾਲ ਤਾਂ ਬਹੁਤ ਮਾੜਾ ਸੀ, ਜਿਹਦੇ ਵਿੱਚ ਪਿਛਲੇ ਸਮੇਂ 'ਚ ਪੰਜਾਬ ਦੇ ਬਹੁਤ ਮਾੜੇ ਹਾਲਾਤ ਰਹੇ ਸੀਗੇ 15 ਸਾਲ। ਉਹਨੇ ਸਾਡਾ ਸਿੱਖਿਆ ਨੂੰ ਜਿਹੜਾ ਸੀਗਾ ਉਹਦੀ ਤਹਿਸ ਨਹਿਸ ਫੇਰੀ ਸੀਗੀ, ਜਾਂ ਸਾਡਾ ਸਾਰੀ ਵਿਵਸਥਾ ਨੂੰ ਖਤਮ ਕੀਤਾ ਸੀਗਾ। ਸੋ 12 ਤੋਂ ਬਾਅਦ 13-14 ਤੋਂ ਬਾਅਦ ਸਕੂਲਾਂ ਦੇ ਵਿੱਚ ਚੰਗੀ ਰਿਕਰੂਟਮੈਂਟ ਹੋਈ ਆ, ਔਰ ਉਹ ਜਿਹੜੀ ਰਿਕਰੂਟਮੈਂਟ ਹੋਈ ਆ ਉਹ ਇਹ ਗੱਲ ਤਾਂ ਕਹੀ ਜਾ ਸਕਦੀ ਆ ਵੀ ਉਹ ਰਿਕਰੂਟਮੈਂਟ ਜਿਹੜੀ ਆ ਉਹ ਮੈਰਿਟ ਦੇ ਬੇਸ ਦੇ ਉੱਤੇ ਹੋਈ ਆ। ਉਹ ਰਿਕਰੂਟਮੈਂਟ ਦੇ ਵਿੱਚ ਬਹੁਤ ਹੀ ਚੰਗੇ ਜਿਹੜੇ ਸੀ ਕੰਪੀਟੈਂਟ ਟੀਚਰਸ ਜਿਹੜੇ ਹੈਗੇ ਆ ਉਹ ਭਰਤੀ ਕੀਤੇ ਗਏ ਆ, ਵੱਡੇ ਲੈਵਲ ਤੇ ਰਿਕਰੂਟਮੈਂਟ ਹੋਈ ਆ। ਇਹਦੇ ਨਾਲ ਨਾਲ ਹੋਰ ਫਿਜ਼ੀਕਲ ਇਨਫਰਾਸਟ੍ਰਕਚਰ ਵੀ ਪ੍ਰੋਵਾਈਡ ਕੀਤਾ ਗਿਆ ਹੈ, ਔਰ ਇਹਦੇ ਨਾਲ ਨਾਲ ਖਾਸ ਕਰਕੇ ਪਿਛਲੀ ਸਰਕਾਰ ਨੇ ਜਿਹੜੇ ਤੁਹਾਡੇ ਮੈਰੀਟੋਰੀਅਸ ਸਕੂਲ ਖੋਲ੍ਹੇ ਸੀਗੇ, ਪਿੰਡਾਂ ਦੇ ਜਿਹੜੇ ਗਰੀਬ ਬੱਚਿਆਂ ਵਾਸਤੇ ਜਿਹੜੇ ਇੱਕ ਬਹੁਤ ਹਾਈ ਕੁਆਲਿਟੀ ਸਕੂਲ ਖੋਲ੍ਹੇ ਸੀਗੇ। ਤੇ ਇਹਦੇ ਨਾਲ ਹੀ ਜਿਹੜਾ ਕੋਈ ਇੱਥੇ ਜਿਹੜੇ ਇੱਦਾਂ ਦੇ ਬਿਊਰੋਕਰੇਟ ਵੀ ਹੈਗੇ ਸੀਗੇ ਕਿ ਜਿਨ੍ਹਾਂ ਨੇ ਆਪਣਾ ਸਾਰਾ ਧਿਆਨ ਇਸ ਪਾਸੇ ਵੱਲਤਾ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਟਾਈਮਲੀ ਰਿਕਰੂਟਮੈਂਟ ਹੋਈ ਆ, ਉਹਨਾਂ ਨੂੰ ਫੈਸਿਲਿਟੀ ਦਿੱਤੀਆਂ ਗਈਆਂ ਵਾ, ਔਰ ਉਹਨਾਂ ਦੇ ਵਿੱਚ ਇਨਟੇਕ ਵਧੀ ਆ। ਇਹ ਜਿਹੜੇ ਨਵੇਂ ਬੱਚੇ ਭਰਤੀ ਹੋਏ ਸੀ ਸਕੂਲਾਂ ਦੇ ਵਿੱਚ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਤੱਕ, ਉਹ ਸਾਰੇ ਕੁਆਲੀਫਾਈਡ ਸੀਗੇ, ਸਾਰੇ ਮੈਰਿਟ 'ਤੇ ਆਏ ਸੀਗੇ, ਔਰ ਸਾਰਿਆਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਖਾਸ ਕਰਕੇ ਸਕੂਲੀ ਵਿਦਿਆ ਦਾ ਜਿਹੜਾ ਨਿਗਾਰ ਪਹਿਲੇ ਸਮੇਂ 'ਚ ਆਇਆ ਸੀ ਉਹਨੂੰ ਠੀਕ ਕੀਤਾ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵਾ ਕਿ ਇਹ ਜਿਹੜਾ ਇਸ ਵੇਲੇ ਸਾਡੇ ਸਾਹਮਣੇ ਰਿਜ਼ਲਟ ਆਏ ਆ, ਇਹ ਪਿਛਲੇ 7-8 ਸਾਲਾਂ ਦਾ ਜਿਹੜੀਆਂ ਪਹਿਲੀ ਸਰਕਾਰ ਦੀ ਕੋਸ਼ਿਸ਼ ਹੈਗੀ ਸੀਗੀ, ਜਿਹੜੀ ਕਾਂਗਰਸ ਸਰਕਾਰ ਨੇ ਵੀ ਇਸ ਮਾਮਲੇ ਦੇ ਵਿੱਚ ਪਹਿਲ ਕਦਮੀ ਕੀਤੀ ਆ। ਔਰ ਖਾਸ ਕਰਕੇ ਅਮਰਿੰਦਰ ਸਿੰਘ ਦੇ ਕੁਝ ਪਿਛਲੇ 2 ਸਾਲ ਹੈਗੇ ਸੀ, ਉਹਦੇ ਵਿੱਚ ਜਦੋਂ ਦਿੱਲੀ ਮਾਡਲ ਦੀ ਗੱਲ ਹੋਈ ਆ, ਸਮਾਰਟ ਸਕੂਲਾਂ ਦੀ ਗੱਲ ਕੀਤੀ ਆ, ਤੇ ਉਹਨਾਂ ਨੇ ਵੀ ਸਮਾਰਟ ਸਕੂਲ ਸਕੀਮ ਦੇ ਤਹਿਤ ਬੇਸਿਕ ਫੈਸਿਲਿਟੀ ਜਿਹੜੀਆਂ ਵਾ ਉਹ ਪ੍ਰੋਵਾਈਡ ਕੀਤੀਆਂ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਵੀ ਇਹ ਕਲੈਕਟਿਵ ਐਫਰਟ ਪੰਜਾਬ ਦੇ ਜਿਹੜੇ ਹੈਗੇ ਖਾਸ ਕਰਕੇ ਸਰਕਾਰ ਵਾਲੇ ਪਾਸੇ ਵੱਲੋਂ, ਪੰਜਾਬ ਦੇ ਟੀਚਰਾਂ ਵੱਲੋਂ, ਜਾਂ ਪੰਜਾਬ ਦੇ ਲੋਕਾਂ ਦਾ ਜਿਹੜਾ ਪ੍ਰੈਸ਼ਰ ਸੀਗਾ ਸਰਕਾਰਾਂ ਦੇ ਉੱਤੇ, ਜਾਂ ਜਿਹੜਾ ਉਹਦਾ ਕੰਸਰਨ ਸੀਗਾ ਐਜੂਕੇਸ਼ਨ ਬਾਰੇ, ਉਹਦਾ ਹੀ ਇਹ ਰਿਜ਼ਲਟ ਨਿਕਲਿਆ। ਡਾਕਟਰ ਸਾਹਿਬ ਇੱਕ ਮੈਨੂੰ ਬੜੀ ਗੱਲ ਅਜੀਬ ਲੱਗੀ, ਤੁਸੀਂ ਬੜੇ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ। ਮੈਂ ਹੁਣੀ ਫੇਸਬੁੱਕ ਤੇ ਜਿਹੜੇ ਆਪਣੇ ਮੁੱਖ ਮੰਤਰੀ ਨੇ ਜਾਂ ਸਿੱਖਿਆ ਮੰਤਰੀ ਨੇ ਉਹਨਾਂ ਦੀ ਫੇਸਬੁੱਕ ਜਿਹੜੀ ਚੈੱਕ ਕਰ ਰਿਹਾ ਸੀਗਾ ਪ੍ਰੋਗਰਾਮ ਦੇ ਚੱਲਦੇ ਵਿੱਚ, ਕਿਉਂਕਿ ਪਹਿਲਾਂ ਮੈਂ ਚੈੱਕ ਕੀਤੀ ਉਦੋਂ ਤਾਂ ਇਸ ਸੰਬੰਧੀ ਉਹਨਾਂ ਨੇ ਕੋਈ ਪੋਸਟ ਨਹੀਂ ਸੀ ਪਾਈ। ਤੁਹਾਨੂੰ ਨਹੀਂ ਲੱਗਦਾ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਹ ਇੱਕ ਵੱਡੀ ਅਚੀਵਮੈਂਟ ਸੀਗੀ ਸਿੱਖਿਆ ਦੇ ਪੱਧਰ ਨੂੰ ਲੈ ਕੇ, ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਨਾ ਕਿ ਆਮ ਲੋਕਾਂ ਨੂੰ ਬੁਨਿਆਦੀ ਲੋੜਾਂ ਜਿਹੜੀਆਂ ਉਹਦੇ ਵਿੱਚ ਸਿੱਖਿਆ ਦੀ ਤੇ ਸਿਹਤ ਸਹੂਲਤਾਂ ਦੀ ਪਹਿਲੀ ਆਉਂਦੀ ਹੈ, ਤੇ ਸਿੱਖਿਆ ਦੇ ਵਿੱਚ ਪੰਜਾਬ ਨੂੰ ਪਹਿਲੇ ਨੰਬਰ ਦਾ ਦਰਜਾ ਮਿਲਦਾ ਹੈ, ਤਾਂ ਨਾ ਤਾਂ ਕਿ ਮੁੱਖ ਮੰਤਰੀ ਦਾ ਬਿਆਨ, ਨਾ ਕੋਈ ਪੋਸਟ, ਨਾ ਸਿੱਖਿਆ ਮੰਤਰੀ ਦਾ ਬਿਆਨ, ਨਾ ਕੋਈ ਪੋਸਟ। ਇਹਦੇ ਪਿੱਛੇ ਕੀ ਕਾਰਨ ਹੋ ਸਕਦਾ? ਪੰਜਾਬ ਦੇ ਲਈ ਖੁਸ਼ੀ ਵਾਲੀ ਗੱਲ ਹੈ, ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਬਿਆਨ ਆ ਜਾਂਦੇ ਆ, ਪਰ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਦਾ ਬਿਆਨ ਨਹੀਂ ਆਉਂਦਾ। ਕੀ ਉਹ ਬਿਆਨ ਇਸ ਕਰਕੇ ਨਹੀਂ ਆਉਂਦਾ ਕਿ ਜਿਹੜੇ ਮਾਡਲ ਦਾ ਉਹ ਰੱਟਾ ਲਾਈ ਫਿਰਦੇ ਸੀਗੇ ਉਸ ਮਾਡਲ ਤੋਂ ਉੱਪਰ ਪੰਜਾਬ ਦਾ ਮਾਡਲ ਆ ਗਿਆ, ਇਸ ਕਰਕੇ ਨਹੀਂ? ਇਹਦੇ ਪਿੱਛੇ ਰਾਜਨੀਤੀ ਕੀ ਹੈ, ਕੀ ਲੱਗਦਾ ਤੁਹਾਨੂੰ? ਨਹੀਂ, ਪਹਿਲੀ ਗੱਲ ਤਾਂ ਜੀ 2021 'ਚ ਹੋਇਆ ਸੀਗਾ, ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀਗੀ। ਪਹਿਲੀ ਗੱਲ ਤਾਂ ਇਹਦਾ ਕ੍ਰੈਡਿਟ ਜਿਹੜੀਆਂ ਪਹਿਲੀਆਂ ਸਰਕਾਰਾਂ ਵਾ ਉਹਨਾਂ ਨੂੰ ਜਾਂਦਾ ਹੈ, ਖਾਸ ਕਰਕੇ ਕਾਂਗਰਸ ਨੂੰ। ਜਾਂ ਮੈਂ ਕਹੂੰਗਾ ਇਹਦੀ ਸ਼ੁਰੂਆਤ ਜਿਹੜੀ ਸੀ ਅਕਾਲੀ ਦਲ ਦੇ ਜਿਹੜੇ ਸੈਕੰਡ ਜਿਹੜੀ ਟਰਮ ਸੀਗੀ ਉਹਦੇ 2-3 ਸਾਲ ਪਹਿਲੋਂ ਜਿਹੜੀ ਨਵੀਂ ਇਹ ਕੋਸ਼ਿਸ਼ ਸ਼ੁਰੂ ਹੋਈ ਸੀ, ਸਿੱਖਿਆ ਦੇ ਵਿੱਚ ਫੋਕਸ ਕੀਤਾ ਗਿਆ ਸੀਗਾ। ਉਹਦੇ ਵਿੱਚ ਇੱਕ ਮੇਰੇ ਖਿਆਲ ਸਿੱਖਿਆ ਮੰਤਰੀ ਜਿਹੜੇ ਸੀਗੇ ਦਲਜੀਤ ਸਿੰਘ ਚੀਮਾ ਵੀ ਸੀਗੇ, ਉਹ ਸਾਡੀ ਯੂਨੀਵਰਸਿਟੀ ਦੇ ਵਿੱਚ ਆਏ ਸੀਗੇ, ਉਹਦੇ ਵਿੱਚ ਉਹਨਾਂ ਨੇ ਇੰਟਰੈਕਸ਼ਨ ਕੀਤੀ ਸੀਗੀ, ਉੱਥੇ ਵੀ ਸਵਾਲ ਜਵਾਬ ਹੋਏ ਸੀ, ਉੱਥੇ ਵੀ ਉਹਨਾਂ ਨੇ ਕੰਸਰਨ ਜਿਹੜੇ ਸੀ ਰੇਜ਼ ਕੀਤੇ ਸੀਗੇ। ਔਰ ਮੈਨੂੰ ਲੱਗਦਾ ਵੀ ਇਹ ਸਾਰੀ ਉਹਦੀ ਕੰਟੀਨਿਊਟੀ ਆ। ਇਹ ਸਰਕਾਰ ਕਿਉਂਕਿ 2022 ਦੇ ਵਿੱਚ ਆਈ ਆ, ਔਰ ਇਹਨਾਂ ਦਾ ਜਿਹੜਾ ਰੌਲਾ ਰੱਪਾ ਸੀਗਾ ਕਿ ਦਿੱਲੀ ਮਾਡਲ ਲੈ ਕੇ ਆਵਾਂਗੇ, ਸਿੱਖਿਆ ਸੁਧਾਰ ਕਰਾਂਗੇ। ਹੁਣ ਪਹਿਲੀ ਗੱਲ ਤਾਂ ਇਹ ਆ ਕਿ ਜੇ ਉਹਨੂੰ ਪੰਜਾਬੀ 'ਚ ਕਹਿ ਦਈਏ ਕਿ ਜਿਹੜੀ ਇਹਨਾਂ ਦਾ ਸਾਰਾ ਉਹ ਬਣਿਆ ਬਣਾਇਆ ਜਿਹੜਾ ਸੀਗਾ ਉਹਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਵਾ ਨਿਕਲਣ ਵਾਲੀ ਗੱਲ ਹੋ ਗਈ ਆ।
ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਥੇ ਪੈਂਦੇ ਦਿਖਾਈ ਦਿੰਦੇ ਆ, ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਰਾਜਨੀਤਿਕ ਤੌਰ ਤੇ ਡਿਫੈਂਸਿਵ ਹੋ ਗਏ ਆ। ਕਿਉਂਕਿ ਇਹਨਾਂ ਨੇ ਦੋ ਮੁੱਦੇ ਹੀ ਸਾਹਮਣੇ ਲੈ ਕੇ ਆਏ ਸੀਗੇ ਕਿ ਅਸੀਂ ਸਿਹਤ ਦੇ ਵਿੱਚ ਜਿਹੜਾ ਹੈਗਾ ਸੁਧਾਰ ਕਰਾਂਗੇ। ਮੈਨੂੰ ਲੱਗਦਾ ਕਿ ਇਹੀ ਹਾਲ ਜਿਹੜਾ ਮੁਹੱਲਾ ਕਲੀਨਿਕ ਦਾ ਹੋਣ ਵਾਲਾ ਹੈ, ਕਿਉਂਕਿ ਪੰਜਾਬ ਦੇ ਵਿੱਚ ਪਹਿਲੋਂ ਹੀ 3000 ਦੇ ਕਰੀਬ ਪਿੰਡਾਂ 'ਚ ਡਿਸਪੈਂਸਰੀਆਂ ਹੈਗੀਆਂ ਵਾ, ਪਿੰਡਾਂ ਦੇ ਵਿੱਚ ਜਿਹੜੀਆਂ ਹੈਗੀਆਂ ਇਹ ਛੋਟੇ ਛੋਟੇ ਹਸਪੀਟਲਸ ਹੈਗੇ ਆ। ਜੇ ਉਹਨਾਂ ਨੂੰ ਹੀ ਠੀਕ ਕੀਤਾ ਜਾਵੇ ਜਾਂ ਉਹਨਾਂ ਨੂੰ ਸਟਰੈਂਥਨ ਕੀਤਾ ਜਾਵੇ, ਜਾਂ ਮੈਂ ਕਹਿੰਦਾ ਜੀ ਉਹਦੇ ਉੱਤੇ ਵੀ ਸਰਵੇ ਹੋ ਜਾਵੇ, ਤੇ ਜੇ ਉਹਦੀ ਕਾਰਗੁਜ਼ਾਰੀ ਵੀ ਕਿਤੇ ਦਿੱਲੀ ਦੇ ਮਾਡਲ ਦੇ ਤੋਂ ਇਸੇ ਤਰੀਕੇ ਦੇ ਨਾਲ ਜੇ ਚੰਗੀ ਆਉਂਦੀ ਆ, ਤੇ ਜਿਹੜੇ ਦੋ ਮੁੱਦਿਆਂ ਦੇ ਉੱਤੇ ਆਮ ਆਦਮੀ ਪਾਰਟੀ ਆਪਣੀ ਸਾਰੀ ਰਾਜਨੀਤੀ ਜਿਹੜੀ ਉਹ ਕਰਦੀ ਆ ਕਿ ਅਸੀਂ ਵਿਦਿਆ ਦੇ ਮਾਮਲੇ ਦੇ ਵਿੱਚ, ਸਿਹਤ ਦੇ ਮਾਮਲੇ ਵਿੱਚ ਕਰਦੇ ਆ, ਤੇ ਮੇਰੇ ਖਿਆਲ ਆ ਉਹ ਬੈਕਫੁੱਟ ਤੇ ਆ ਜਾਂਦੇ ਆ, ਉਹ ਡਿਫੈਂਸਿਵ ਹੋ ਜਾਂਦੇ ਆ। ਤਾਂ ਇਸੇ ਕਰਕੇ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਕਿ ਸਾਫ਼ ਹੋ ਰਿਹਾ ਡਾਕਟਰ ਸਾਹਿਬ ਕਿ ਜੇ ਕਿ ਪੰਜਾਬ ਦਾ ਮਾਡਲ ਜਿਹੜਾ ਸਿੱਖਿਆ ਦਾ ਮਾਡਲ ਉਹ ਬਿਲਕੁਲ ਵਧੀਆ ਹੈ, ਔਰ ਇਸੇ ਸਿੱਖਿਆ ਮਾਡਲ ਨੂੰ ਇਹਨਾਂ ਨੂੰ ਜਿਹੜਾ ਆਪਾਂ ਕਹਿ ਦਈਏ ਕਿ ਇੱਕ ਵਧੀਆ ਤਰੀਕੇ ਦੇ ਨਾਲ, ਇਸੇ ਤਰੀਕੇ ਦੇ ਨਾਲ ਜਿਵੇਂ ਚੱਲ ਰਿਹਾ, ਇਸੇ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਤੋਰਨ ਦੀ ਲੋੜ ਹੈ, ਨਾ ਕਿ ਇਹਦੇ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੈ ਜ਼ਿਆਦਾ ਕਿ ਦਿੱਲੀ ਵਾਲਾ ਚੱਕ ਕੇ ਇੱਥੇ ਸ਼ਿਫਟ ਕਰ ਦਿਓ, ਜਿਹੜਾ ਵਧੀਆ ਚੱਲ ਰਿਹਾ ਉਹ ਵੀ ਤੁਸੀਂ ਡੁਬੋ ਦੋਗੇ, ਕਿਉਂਕਿ ਦਿੱਲੀ ਪਹਿਲਾਂ ਹੀ ਆਪਾਂ ਦੇਖ ਹੀ ਚੁੱਕੇ ਹਾਂ ਮਾਡਲ ਦਾ ਹਾਲ। ਮੈਨੂੰ ਲੱਗਦਾ ਕਿ ਸਾਡੇ ਸੁਧਾਰ ਕਰਨ ਦੀ ਬਹੁਤ ਲੋੜ ਹੈ। ਮੈਂ ਨਹੀਂ ਕਹਿੰਦਾ ਪਰਫੈਕਟ ਹੋ ਗਿਆ, ਅਜੇ ਵੀ ਇਨਫਰਾਸਟ੍ਰਕਚਰ ਦੀ ਲੋੜ ਹੈਗੀ ਆ, ਚੰਗੀਆਂ ਬਿਲਡਿੰਗਸ ਦੀ ਲੋੜ ਹੈਗੀ ਆ, ਉੱਥੇ ਵਾਸ਼ਰੂਮ ਦੀ ਲੋੜ ਹੈਗੀ ਆ, ਉੱਥੇ ਸਿਕਿਉਰਿਟੀ ਦੀ ਲੋੜ ਹੈਗੀ ਆ, ਉੱਥੇ ਜਿਹੜੀ ਤੁਹਾਡੀਆਂ ਹੋਰ ਸਾਜੋ ਸਮਾਨ ਆ ਉਹਦੀ ਚੋਰੀ ਹੋ ਰਹੀ ਆ ਉਹਨੂੰ ਰੋਕਣ ਦੀ ਲੋੜ ਹੈਗੀ ਆ। ਇਸ ਤਰੀਕੇ ਨਾਲ ਹੋਰ ਰਿਕਰੂਟਮੈਂਟ ਦੀ ਵੀ ਲੋੜ ਹੈਗੀ ਆ। ਖਾਸ ਕਰਕੇ ਜਿਹੜੇ ਸਾਡੇ ਅਸੀਂ ਦੇਖਿਆ ਕਿ ਮੈਰੀਟੋਰੀਅਸ ਸਕੂਲ ਸੀਗੇ ਨਾ, ਪਹਿਲੀ ਸਰਕਾਰ ਨੇ ਜਿਹੜੀ ਹੈਗੀ ਬਾਦਲ ਗਵਰਨਮੈਂਟ ਸੀ ਉਹਨੇ ਕੋਈ ਰੈਗੂਲਰ ਭਰਤੀ ਕੀਤੀ ਨਾ, ਆਉਣ ਵਾਲੀ ਸਰਕਾਰ ਜਿਹੜੀ ਉਹਨੇ ਭਰਤੀ ਕੀਤੀ, ਔਰ ਹੁਣ ਉਹਦੇ ਵਿੱਚ ਮੇਰੇ ਖਿਆਲ 50-60% ਸੀਟਾਂ ਖਾਲੀ ਪਈਆਂ ਵਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਜਿਹੜੀ ਖਾਸ ਕਰਕੇ ਵਿਦਿਆ ਦੇ ਉੱਤੇ, ਸਿਹਤ ਦੇ ਉੱਤੇ ਜਾਂ ਹੋਰ ਬੁਨਿਆਦੀ ਸਹੂਲਤਾਂ ਦੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਇਹ ਕੰਟੀਨਿਊਟੀ ਹੋਣਾ ਚਾਹੀਦਾ। ਹਾਂ, ਉਹ ਸਿਸਟਮ 'ਚ ਕੋਈ ਨੁਕਸ ਹੈਗਾ ਵਾ ਉਹਨੂੰ ਸੁਧਾਰੋ, ਉਹਦੇ ਵਿੱਚ ਕੋਈ ਵੈਲਿਊਡੇਸ਼ਨ ਕਰੋ। ਸਭ ਤੋਂ ਵੱਡੀ ਵੈਲਿਊਡੇਸ਼ਨ ਹੈਗੀ ਆ ਕਿ ਤੁਸੀਂ ਉਹਦੇ ਵਿੱਚ ਜਿੰਨੀ ਰਿਕਰੂਟਮੈਂਟ ਚਾਹੀਦੀ ਆ, ਜਿੰਨੀ ਭਰਤੀ ਚਾਹੀਦੀ ਆ, ਜਿੰਨਾ ਸਟੂਡੈਂਟ ਟੀਚਰ ਰੇਸ਼ੋ ਹੋਣਾ ਚਾਹੀਦਾ, ਜੋ ਫਿਜ਼ੀਕਲ ਫੈਸਿਲਿਟੀ ਚਾਹੀਦੀਆਂ ਹੈ, ਚਾਹੇ ਉੱਥੇ ਕਲਾਸਰੂਮ ਚਾਹੀਦੇ ਆ, ਚਾਹੇ ਉੱਥੇ ਜਿਹੜੀਆਂ ਤੁਹਾਡੀਆਂ ਹੋਰ ਉਹਨਾਂ ਦੇ ਇਸ ਕਿਸਮ ਦੀਆਂ ਲਾਇਬ੍ਰੇਰੀ ਚਾਹੀਦੀਆਂ ਵਾ ਜਾਂ ਲੈਬੋਰਟਰੀ ਚਾਹੀਦੀਆਂ ਵਾ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇੰਸਟੈਡ ਆਫ ਅਸੀਂ ਇੱਧਰ ਉੱਧਰ ਦੇਖੀਏ, ਮਾਡਲ ਦੇਖਣੇ ਮਾੜੀ ਗੱਲ ਨਹੀਂ ਹੁੰਦੇ, ਜੇ ਕੋਈ ਚੰਗਾ ਮਾਡਲ ਆ ਉਹਨੂੰ ਅਡਾਪਟ ਕਰ ਲੈਣਾ ਚਾਹੀਦਾ ਵਾ। ਪਰ ਇਸ ਮਾਮਲੇ ਦੇ ਵਿੱਚ ਆਪਾਂ ਦੇਖਿਆ ਕਿ ਇਹ ਸਾਡਾ ਮਾਡਲ ਹੀ ਜਿਹੜਾ ਉਹਦੇ ਨਾਲ ਠੀਕ ਨਿਕਲਿਆ, ਤੇ ਲੋੜ ਇਸ ਗੱਲ ਦੀ ਆ ਕਿ ਇਸ ਮਾਡਲ ਨੂੰ ਹੀ ਹੋਰ ਸਟਰੈਂਥਨ ਕੀਤਾ ਜਾਵੇ, ਹੋਰ ਇਹਦੇ ਵਿੱਚ ਇਨਵੈਸਟਮੈਂਟ ਕੀਤੀ ਜਾਵੇ। ਹੋਰ ਬੜੀ ਦੇਖਣ ਵਾਲੀ ਹੈ ਜਿਹੜਾ ਆਦਾਨ ਪ੍ਰਦਾਨ ਦੀ, ਗਿਆਨ ਦੇ ਆਦਾਨ ਪ੍ਰਦਾਨ ਦੀ ਇਹਨਾਂ ਨੇ ਗੱਲ ਕੀਤੀ ਸੀਗੀ। ਕਹਿੰਦੇ ਸੀ ਜੇ ਕੋਈ ਸਾਡੀ ਚੰਗੀ ਚੀਜ਼ ਹੈ ਤਾਂ ਉਹ ਆ ਕੇ ਅਡਾਪਟ ਕਰ ਸਕਦੇ ਆ, ਦੇਖ ਸਕਦੇ ਆ, ਤੇ ਜੇ ਉਹਨਾਂ ਦੀ ਚੰਗੀ ਚੀਜ਼ ਆ ਤਾਂ ਅਸੀਂ ਕਰ ਸਕਦੇ ਹਾਂ। ਇਹ ਉਹਨਾਂ ਦੀ ਚੰਗੀ ਚੀਜ਼ ਸਿੱਖਿਆ ਦਾ ਮਾਡਲ ਦੇਖਣ ਗਏ ਤੇ ਉਹਨਾਂ ਦਾ ਸਿੱਖਿਆ ਮਾਡਲ ਕਿਸ ਤਰੀਕੇ ਨਾਲ ਪਿਟਿਆ ਉਹ ਦੇਖ ਲਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਜੇ ਵਾਕਈ ਗਿਆਨ ਦੇ ਆਦਾਨ ਪ੍ਰਦਾਨ ਦੀ ਗੱਲ ਕੀਤੀ ਹੋਈ ਹੈ ਤਾਂ ਕੀ ਉਹਨਾਂ ਵਾਲੇ ਇੱਥੇ ਦੇਖਣ ਆਉਂਦੇ ਆ ਜਾਂ ਨਹੀਂ ਆਉਂਦੇ। ਔਰ ਦੂਜੀ ਗੱਲ ਇਹ ਹੈ ਕਿ ਮੈਂ ਕੁਝ ਦਿਨ ਪਹਿਲਾਂ ਇੱਕ ਪੋਸਟ ਦੇਖ ਰਿਹਾ ਸੀਗਾ, ਪੰਜਾਬ ਦੇ ਪੁਲਿਸ ਅਧਿਕਾਰੀ ਜਿਹੜੇ ਚੰਡੀਗੜ੍ਹ ਦਾ ਸਿਸਟਮ ਦੇਖਣ ਗਏ ਸੀ, ਉੱਥੇ ਤਾਂ ਕੋਈ ਆਦਾਨ ਪ੍ਰਦਾਨ ਦੇ ਲਈ ਉਹ ਜਿਹੜਾ ਸਾਈਨ ਕਰਨ ਦੀ ਲੋੜ ਨਹੀਂ ਪਈ ਆਪਸ ਦੇ ਵਿੱਚ ਸਮਝੌਤਾ, ਉੱਥੇ ਤਾਂ ਉੱਦਾਂ ਹੀ ਜਾ ਕੇ ਤੁਸੀਂ ਦੇਖ ਆਏ। ਉਹ ਸਮਝੌਤਾ ਸਾਈਨ ਕਰਨ ਦੀ ਤਾਂ ਫਿਰ ਕੀ ਲੋੜ ਹੀ ਕੀ ਸੀਗੀ। ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਦੋਂ ਦਿੱਲੀ ਵਾਲੇ ਪੰਜਾਬ ਦਾ ਮਾਡਲ ਦਾ ਇਨਫਰਾਸਟ੍ਰਕਚਰ ਜਿਹੜਾ ਦੇਖਣ ਆਉਣਗੇ ਇੱਥੇ। ਨਹੀਂ, ਉਹ ਉਹਨਾਂ ਦੀ ਮਰਜ਼ੀ ਹੈ। ਵੇਖੋ, ਆਪਾਂ ਇਹ ਨਹੀਂ ਕਹਿ ਸਕਦੇ ਸੀ ਉਸ ਕਿਸਮ ਦਾ ਮਾਡਲ ਵੀ ਨਹੀਂ ਹੈਗੇ। ਮੋਟਾ ਤੌਰ ਤੇ ਆਪਾਂ ਕਹਿ ਦਈਏ ਠੀਕ ਆ ਸਾਡੇ। ਹੁਣ ਸੁਖਵਿੰਦਰ ਜੀ, ਸਭ ਤੋਂ ਵੱਡੀ ਗੱਲ ਪਤਾ ਕੀ ਆ, ਇਹ ਬਹੁਤ ਚੰਗੀ ਚੀਜ਼ ਆ ਕਿਉਂਕਿ ਮੈਂ ਵੀ ਵਿਦਿਆ ਦੇ ਨਾਲ ਜੁੜਿਆ ਰਿਹਾ। 75 ਸਾਲਾਂ ਦੇ ਵਿੱਚ ਅਹਿਸਾਸ ਪੈਦਾ ਹੋ ਗਿਆ ਗਰੀਬ ਤੋਂ ਗਰੀਬ ਬੰਦੇ ਨੂੰ ਕਿ ਮੈਂ ਆਪਣੇ ਬੱਚਿਆਂ ਨੂੰ ਵਿਦਿਆ ਦਿਵਾਉਣੀ ਆ, ਔਰ ਵਿਦਿਆ ਤੋਂ ਬਿਨਾਂ ਮੇਰੇ ਕੋਲ ਕੋਈ ਚਾਰਾ ਨਹੀਂ ਹੈ। ਇਹ ਸੋਚਣੀ ਲੋਕਾਂ ਦੀ ਸੋਚ ਦੇ ਵਿੱਚ ਘਰ ਕਰ ਗਈ ਆ, ਜਿਹਦੀ ਵਜ੍ਹਾ ਕਰਕੇ ਇਹ ਜਿਹੜੀ ਤਬਦੀਲੀ ਆ, ਇਹ ਵਰਤਾਰਾ ਜਿਹੜਾ ਸਾਡੇ ਸਾਹਮਣੇ ਆ ਰਿਹਾ। ਬਿਲਕੁਲ। ਔਰ ਉਹ ਲੋਕਾਂ ਦੀ ਸੋਚਣੀ ਨੂੰ ਹੋਰ ਪੱਕਿਆਂ ਕਰਨ ਵਾਸਤੇ ਸਾਨੂੰ ਉਹ ਸਾਧਨ ਅਡਾਪਟ ਕਰਨੇ ਪੈਣਗੇ, ਸਾਨੂੰ ਉਸ ਕਿਸਮ ਦੀਆਂ ਜਿਹੜੀਆਂ ਕੰਡੀਸ਼ਨਸ ਪੈਦਾ ਕਰਨੀਆਂ ਪੈਣਗੀਆਂ ਤਾਂ ਕਿ ਲੋਕੀ ਵੱਧ ਤੋਂ ਵੱਧ ਵਿਦਿਆ ਲੈ ਕੇ ਅਗਲੇ ਪਾਸੇ ਚਲੇ ਜਾਣ। ਲੋਕਾਂ ਨੂੰ ਇਹ ਬਹੁਤ ਗੱਲ ਪੂਰੀ ਤਰ੍ਹਾਂ ਸਮਝ ਆ ਗਈ ਆ ਕਿ ਬਿਨਾਂ ਪੜ੍ਹਾਈ ਲਿਖਾਈ ਤੋਂ, ਬਿਨਾਂ ਚੰਗੀ ਵਿਦਿਆ ਤੋਂ ਇੱਥੇ ਕੋਈ ਗੁਜ਼ਾਰਾ ਨਹੀਂ ਹੈਗਾ, ਕੋਈ ਅੱਗੇ ਨਹੀਂ ਵੱਧ ਸਕਦਾ। ਤੋ ਇਹ ਸਾਰੀਆਂ ਸਾਡੀਆਂ ਐਜੂਕੇਸ਼ਨ ਸਿਸਟਮ 'ਚ ਕਮੀਆਂ ਹੋਣ ਦੇ ਬਾਵਜੂਦ ਵੀ, ਮੇਰਾ ਕਹਿਣ ਤੋਂ ਭਾਵ ਹੈ ਕਿ ਸਾਰੀਆਂ ਹੈਂਡੀਕੈਪਸ ਹੋਣ ਤੋਂ ਬਾਅਦ ਵੀ, ਜੇ ਬੱਚਿਆਂ ਨੇ ਸਿੱਖਣਾ ਸ਼ੁਰੂ ਕਰ ਦਿੱਤਾ ਜਾਂ ਮਾਪਿਆਂ ਨੇ ਬੱਚਿਆਂ ਨੂੰ ਸਿਖਾਉਣ ਲਈ ਆਪਣੀ ਹੋਰ ਮਿਹਨਤ ਸ਼ੁਰੂ ਕਰਨ ਦਿੱਤੀ, ਇਹ ਉਸ ਚੀਜ਼ ਦਾ ਰਿਜ਼ਲਟ ਆ। ਪੰਜਾਬ ਦੇ ਵਿੱਚ ਅਜੇ ਖਾਸ ਕਰਕੇ ਪਬਲਿਕ ਸੈਕਟਰ ਦੇ ਵਿੱਚ ਐਜੂਕੇਸ਼ਨ 'ਚ ਬਹੁਤ ਇਨਵੈਸਟ ਕਰਨ ਦੀ ਲੋੜ ਹੈ।
दो पैरल सिस्टम चढ़ते हैं, एक प्राइवेट वा एक सरकारी आ। ये ठीक आ कि पिछले समय विच प्राइवेट स्कूलों तो हट के बच्चे सरकारी स्कूलों इस करके आए आ, सरकारी स्कूलों के विच ते हस्पतालों के विच बेस्ट क्वालिटी ह्यूमन रिसोर्स जिहड़ा वा वो रिक्रूट किया जाता। तुसीं देखिया होना कि प्राइवेट नौकरियां छड्ड के ਜਿਹੜੇ ਲੋਕੀ ਗਵਰਨਮੈਂਟ ਜੌਬ ਵਾਲੇ ਪਾਸੇ ਲਾਉਂਦੇ ਆ। ਇਹ ਸਾਡੇ ਸਾਹਮਣੇ ਆਇਆ ਕਿ ਪ੍ਰਾਈਵੇਟ ਕਾਲਜਾਂ ਦੇ ਵਿੱਚ ਟੀਚਰ ਡਾਕਟਰੇਟ ਜਿਹੜੇ ਸੀਗੇ 5-5 7-7 8-8 ਸਾਲ ਦੀ ਨੌਕਰੀ ਛੱਡ ਗਏ, ਜਦੋਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੈਕਚਰਾਂ ਦੀਆਂ ਪੋਸਟਾਂ ਨਿਕਲੀਆਂ ਵਾ, ਪਰਮਾਨੈਂਟ ਪੋਸਟਾਂ ਵਾ, ਉਹ ਉਹਦੇ ਵਿੱਚ ਆਏ ਆ। ਤਾਂ ਓਵਰਆਲ ਜਿਹੜਾ ਸਾਡਾ ਮਾਹੌਲ ਹੈਗਾ ਵਿਦਿਆ ਵਾਲੇ ਪਾਸੇ ਵੱਲ ਇਹ ਆਪਣੇ ਤੌਰ ਤੇ ਵਧੀਆ। ਹਾਂ, ਸਰਕਾਰਾਂ ਦਾ ਰੋਲ ਵੀ ਉਹਦੇ ਵਿੱਚ ਹੁੰਦਾ, ਪਰ ਜਿਹੜਾ ਅਹਿਸਾਸ ਵਾ ਲੋਕਾਂ ਨੂੰ ਵੀ ਵਿਦਿਆ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ, ਮੇਰੇ ਖਿਆਲ ਇੱਕ ਬਹੁਤ ਬਿਗ ਪੁਸ਼ ਹੈ। ਜਿੱਦਾਂ ਕਿਸੇ ਸਮੇਂ 'ਚ ਆਪਾਂ ਕਹਿੰਦੇ ਹੁੰਦੇ ਹਾਂ ਕਿ ਬਿਹਾਰ ਦੇ ਵਿੱਚ ਉਹ ਸੁਪਰ 30 ਵਾਲੇ ਹੁੰਦੇ ਸੀਗੇ, ਜਾਂ ਉਹ ਕਿਸ ਤਰੀਕੇ ਨਾਲ ਬੱਚੇ ਕਿਹੜੀ ਡਿਫਿਕਲਟ ਕੰਡੀਸ਼ਨਾਂ ਦੇ ਵਿੱਚ ਉਹ ਸਿਵਲ ਸਰਵਿਸ ਜਾਂਦੇ ਆ, IIT ਜਾਂਦੇ ਆ, ਜਾਂ ਦੂਸਰੇ ਪਾਸੇ ਜਾਂਦੇ। ਭਾਵੇਂ ਕਿ ਪੰਜਾਬ ਦੇ ਵਿੱਚ ਵਰਤਾਰਾ ਉਹ ਨਹੀਂ ਹੈ, ਸਾਡੇ ਕਰੀਮੀ ਲੇਅਰ ਦਾ ਅਜੇ ਵੀ ਧਿਆਨ ਬਾਹਰ ਜਾਣ ਵਾਸਤੇ ਆ, ਪਰ ਸਾਰੇ ਬੱਚੇ ਬਾਹਰ ਨਹੀਂ ਜਾ ਸਕਦੇ। ਵੱਡੀ ਗਿਣਤੀ ਵਾਲਿਆਂ ਨੇ ਇੱਥੇ ਵੀ ਰਹਿਣਾ ਹੁੰਦਾ ਵਾ। ਉਹਨਾਂ ਨੂੰ ਇਹ ਚੀਜ਼ ਸਮਝ ਆਉਂਦੀ ਆ ਕਿ ਜੇ ਅਸੀਂ ਪੜਾਂਗੇ ਤੇ ਤਾਂ ਹੀ ਸਾਡਾ ਜਿਹੜਾ ਕੋਈ ਨਾ ਕੋਈ ਭਲਾ ਹੋਊਗਾ। ਬਿਲਕੁਲ। ਅਗਲੀ ਖਬਰ ਦੀ ਆਪਾਂ ਡਾਕਟਰ ਸਾਹਿਬ ਗੱਲਬਾਤ ਕਰ ਲੈਂਦੇ ਹਾਂ। ਅਗਲੀ ਖਬਰ ਹੈ ਕਿ ਜਿਮਨੀ ਚੋਣ ਦੇ ਨਾਲ ਸੰਬੰਧਿਤ, ਸੰਗਰੂਰ ਜਿਮਨੀ ਚੋਣ ਦੇ ਨਾਲ ਸੰਬੰਧਿਤ ਪਤਾ ਇਹ ਲੱਗਿਆ ਹੈ ਕਿ ਪਰਮਿੰਦਰ ਸਿੰਘ ਢੀਂਡਸੇ ਨੂੰ ਆਫਰ ਕੀਤੀ ਹੈ ਬੀਜੇਪੀ ਨੇ ਟਿਕਟ। ਆਪਣਾ ਉਮੀਦਵਾਰ ਕਿਉਂ ਨਹੀਂ ਉਤਾਰਿਆ ਜਾ ਰਿਹਾ? ਕਿਉਂਕਿ ਜਿਹੜੇ ਅਰਵਿੰਦ ਖੰਨਾ ਨੇ ਕਾਫੀ ਮਲਾਈਦਾਰ ਉਮੀਦਵਾਰ ਵੀ ਨੇ, ਅਮੀਰ ਨੇ, ਪੈਸੇ ਖਰਚਣ ਵਾਲੇ ਹੈ, ਤੇ ਉੱਥੋਂ ਹੈ ਵੀ ਸੰਗਰੂਰ ਤੋਂ ਹੀ ਆ, ਉੱਥੇ NGOs ਵੀ ਚਲਾ ਰਹੇ ਨੇ। ਤਾਂ ਕੀ ਲੱਗਦਾ ਕਿ ਆਪਣਾ ਉਮੀਦਵਾਰ ਉਹਨਾਂ ਨੇ ਉੱਥੇ ਕਿਉਂ ਨਹੀਂ ਉਤਾਰਿਆ? ਤੇ ਜਿਹੜੇ ਉਹਨਾਂ ਦੇ ਭਾਈਵਾਲ ਹੈ ਗਠਜੋੜ ਦੇ ਅੰਦਰ, ਪੰਜਾਬ ਦੇ ਅੰਦਰ ਸੰਯੁਕਤ ਅਕਾਲੀ ਦਲ ਵਾਲੇ, ਉਹਨਾਂ ਨੂੰ ਜਿਹੜਾ ਹੈਗਾ ਆਫਰ ਕਰ ਦਿੱਤੀ ਹੈ ਟਿਕਟ ਕਿ ਪਰਮਿੰਦਰ ਸਿੰਘ ਢੀਂਡਸਾ ਲੜਨਗੇ ਚੋਣ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਭਾਜਪਾ ਦਾ ਜਿਹੜਾ ਇਹ ਸਟ੍ਰੋਕ ਹੈ। ਭਾਜਪਾ ਹੁੰਦਾ ਨਾ ਦੁੱਧ ਤੋਂ ਜਿਹੜਾ ਸੜਿਆ ਹੁੰਦਾ, ਉਹ ਲੱਸੀ ਨੂੰ ਫੂਕਾਂ ਮਾਰ-ਮਾਰ ਪੀਂਦਾ। ਪਿਛਲੀ ਚੋਣਾਂ ਦੇ ਵਿੱਚ ਜੋ ਭਾਜਪਾ ਦੀ ਗੇਮ ਸੀਗੀ, ਖਾਸ ਕਰਕੇ ਜੋ ਹਿੰਦੂ ਵੋਟਾਂ ਦੀ ਗੱਲ ਕਰਦੀ, ਆਊਟਰਾਈਟ ਰਿਜੈਕਟ ਕਰਤਾ ਲੋਕਾਂ ਨੇ। ਪੰਜਾਬ ਦੇ ਵਿੱਚ ਇਹਨਾਂ ਦੀ ਰਾਜਨੀਤੀ ਨੂੰ ਅਜੇ ਕੋਈ ਸਪੇਸ ਨਹੀਂ ਹੈ। ਇਹ ਆਪਣੇ ਜਿਹੜੇ ਸਹਿਯੋਗੀ ਆ ਉਹਨਾਂ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਤੇ ਚਲੋ, ਇਹ ਟ੍ਰਿਗਰ ਇਹਨਾਂ ਦੇ ਹੱਥ 'ਚ ਹੋਊਗਾ ਤੇ ਇਹ ਕਹਿਣਗੇ ਵੀ ਮੋਢਾ ਦੂਸਰੇ ਦਾ ਹੋਵੇ। ਹੋ ਸਕਦਾ ਜਿਹਨੂੰ ਆਫਰ ਕੀਤੀ ਆ ਤੇ ਕੱਲ ਨੂੰ ਇਹ ਦੇਖਣ ਦੀ ਗੱਲ ਹੈਗੀ ਆ ਕਿ ਸਿੰਬਲ ਕਿਹੜਾ ਹੁੰਦਾ ਉਹਦੇ ਵਿੱਚੋਂ। ਕੀ ਬੀਜੇਪੀ ਆਪਣੇ ਸਿੰਬਲ ਤੇ ਲੜਾਉਂਦੀ ਆ, ਜਾਂ ਜਿਹੜਾ ਢੀਂਡਸਾ ਸਾਹਿਬ ਦਾ ਜਿਹੜਾ ਹੈਗਾ ਸੀ ਸੰਯੁਕਤ ਅਕਾਲੀ ਦਲ ਹੈ, ਜਾਂ ਇੰਡੀਪੈਂਡੈਂਟ ਦੇ ਤੌਰ ਤੇ ਲੜਦੇ ਆ। ਇਹ ਗੱਲ ਬੜੀ ਪੱਕੀ ਹੈ ਕਿ ਬੀਜੇਪੀ ਖੁਦ ਇਹ ਬਹੁਤ ਵੱਡੀ ਨਮੋਸ਼ੀ ਨਹੀਂ ਲੈਣੀ ਚਾਹੁੰਦੀ ਜੇ ਬੀਜੇਪੀ ਦਾ ਕੈਂਡੀਡੇਟ ਬਹੁਤ ਵੱਡੇ ਫਰਕ ਨਾਲ ਹਾਰਦਾ ਹੈ, ਕਿਉਂਕਿ ਇਸ ਵੇਲੇ ਬੀਜੇਪੀ ਨੇ ਪੰਜਾਬ ਨੂੰ ਟਾਰਗੇਟ ਦੇ ਵਿੱਚ ਰੱਖ ਕੇ ਉਹ ਸਾਰੇ ਐਫਰਟਸ ਕਰ ਰਹੇ ਆ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਪੰਜਾਬ ਦੇ ਵਿੱਚ 2 ਨੰਬਰ ਦੀ ਧਿਰ ਬਣ ਜਾਵੇ। ਉਹਨਾਂ ਨੂੰ ਪਤਾ ਹੈ ਕਿ ਇਸ ਵੇਲੇ ਭਾਵੇਂ ਕਿ ਕਾਂਗਰਸ 2 ਨੰਬਰ ਦੀ ਧਿਰ ਹੈ, ਪਰ ਜੋ ਹਾਲ ਕਾਂਗਰਸ ਦੇ ਵਿੱਚ ਹੋ ਰਿਹਾ ਆਪਾਂ ਨੂੰ ਪਤਾ ਹੈ, ਔਰ ਕਾਂਗਰਸ ਦੇ ਲੋਕ ਕਿੱਥੇ ਕਿੱਥੇ ਜਾ ਰਹੇ ਹੈ, ਔਰ ਕਾਂਗਰਸ ਦੇ ਵਿੱਚ ਕੀ ਹਫੜਾ ਦਫੜੀ ਮਚੀ ਹੈ। ਅਕਾਲੀ ਦਲ ਅਜੇ ਬਹੁਤ ਡਿਫੈਂਸ ਦੇ ਉੱਤੇ ਹੈ, ਔਰ ਅਕਾਲੀ ਦਲ ਮੈਨੂੰ ਨਹੀਂ ਲੱਗਦਾ ਵੀ ਉਹ ਇਸ ਜਿਹੜਾ ਉਹਨੂੰ ਇੰਨਾ ਵੱਡਾ ਸੈਟਬੈਕ ਲੱਗੀ ਆ ਉਹਦੇ ਵਿੱਚੋਂ ਉੱਭਰ ਕੇ ਜਲਦੀ ਆ ਜਾਊਗਾ। ਸੋ ਇਸ ਕਰਕੇ ਵੱਡਾ ਪਲੇਅਰ ਜਿਹੜਾ ਬੀਜੇਪੀ ਹੈਗੀ ਆ, ਔਰ ਬੀਜੇਪੀ ਲਈ ਇਹ ਬਹੁਤ ਸੂਟ ਕਰਦਾ ਹੈ। ਇੱਕ ਤਾਂ ਜਿਹੜਾ ਇਹ ਸੰਯੁਕਤ ਅਕਾਲੀ ਦਲ ਸੀ ਪਿਛਲੀ ਵਾਰੀ, ਉਹਦਾ ਜਿਹੜਾ ਅਲਾਈ ਸੀਗਾ। ਦੂਸਰਾ ਪਰਮਿੰਦਰ ਢੀਂਡਸਾ ਜਿਹੜੀ ਉੱਥੋਂ MLA ਵੀ ਰਹਿ ਚੁੱਕੇ ਆ, ਸ਼ਾਇਦ 2 ਵਾਰੀ ਰਹੇ ਹੋਣਗੇ MLA, ਮੰਤਰੀ ਵੀ ਰਹਿ ਚੁੱਕੇ ਆ। ਭਾਵੇਂ ਕਿ ਇਹਨਾਂ ਦੇ ਪਿਤਾ ਜੀ ਬਹੁਤ ਵੱਡੇ ਮਾਰਜਨ ਦੇ ਨਾਲ 2014 ਦੇ ਵਿੱਚ ਹਾਰੇ ਸੀਗੇ, ਭਾਵੇਂ ਕਿ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ 2019 ਦੇ ਵਿੱਚ ਖੁਦ ਵੀ ਹਾਰ ਗਏ ਸੀ। ਮੈਂ ਕਿੰਨਾ ਕੁ ਸਿਆਸੀ ਆਧਾਰ ਬਚਿਆ ਹੈ, ਪਰ ਫਿਰ ਵੀ ਬੀਜੇਪੀ ਇਹ ਕੋਸ਼ਿਸ਼ ਕਰੂਗੀ ਔਰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰੂਗੀ ਕਿ ਦੇਖੋ ਭਾਈ, ਅਸੀਂ ਹੋਰ ਭਾਈਵਾਲਾਂ ਨੂੰ ਨਾਲ ਜਿਹੜਾ ਹੈਗਾ ਵਾ ਉਹ ਲੈਣਾ ਚਾਹੁੰਦੇ। ਇੱਕ ਕੋਚਿੰਗ ਵਰਲਡ ਹੁੰਦਾ ਵਾ, ਇੱਕ ਤਾਂ ਬੀਜੇਪੀ ਸਿੱਧੇ ਤੌਰ ਤੇ ਆਪਣੇ ਨਾਲ ਬੰਦੇ ਮਿਲਾ ਰਹੀ ਆ, ਦੂਸਰਾ ਇਹ ਕਿ ਹੌਲੀ ਹੌਲੀ ਇਹਨਾਂ ਨੂੰ ਜਿਹੜਾ ਆਪਣੇ ਜਿਹੜੇ ਭਾਈਵਾਲ ਰਹਿ ਰਹੇ। ਪਰ ਮੈਂ ਇੱਕ ਗੱਲ ਭਾਈਵਾਲਾਂ ਨੂੰ ਕਹਿ ਦੇਣਾ ਚਾਹੁੰਦਾ ਵਾਂ ਕਿ ਬੀਜੇਪੀ ਨੇ ਜਿਹਦੇ ਨਾਲ ਵੀ ਭਾਈਵਾਲੀ ਕੀਤੀ ਆ, ਚਾਹੇ ਚੌਟਾਲੇ ਸੀਗੇ, ਚਾਹੇ ਉਹ ਬਾਦਲ ਸੀਗਾ, ਚਾਹੇ ਯੂਪੀ ਦੇ ਵਿੱਚ ਮਾਇਆਵਤੀ ਸੀਗੀ, ਚਾਹੇ ਹੋਰ ਕੋਈ ਸੀਗਾ, ਉਹਨੂੰ ਇਹਨਾਂ ਨੇ ਮੁੜ ਕੇ ਕਿਸੇ ਪਾਸੇ ਜੋਗਾ ਰਹਿਣ ਨਹੀਂ ਦਿੱਤਾ। ਉਹ ਨਾ ਸਿਰਫ ਰਾਜਨੀਤੀ ਮਤਲਬ ਖੇਡ ਮੈਦਾਨ ਚੋਂ ਹੀ ਬਾਹਰ ਹੁੰਦੇ ਆ, ਪਰ ਉਹ ਇਨਸਿਗਨੀਫੀਕੈਂਟ ਹੋ ਜਾਂਦੇ ਆ। ਹਾਂ, ਇਹ ਠੀਕ ਆ, ਇਹ ਅਲਾਈ ਕਰਕੇ ਲੜ ਸਕਦੇ ਆ, ਪਰ ਇਸ ਵੇਲੇ ਲੱਗਦਾ ਹੈ ਕਿ ਜਿਸ ਕਿਸਮ ਦੇ ਹਾਲਾਤ ਹੈਗੇ ਆ ਕਿ ਆਮ ਆਦਮੀ ਪਾਰਟੀ ਜੇ ਠੀਕ ਠਾਕ ਕੈਂਡੀਡੇਟ ਖੜਾ ਕਰ ਦਿੱਤਾ, ਜਾਂ ਬਹੁਤ ਵੱਡੀ ਕੋਈ ਹੋਰ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ
ਬਹੁਤ ਵੱਡੀ ਕੋਈ ਇਹਨਾਂ ਨੇ ਭੁੱਲ ਨਾ ਕੀਤੀ। ਇੱਕ ਇਹ ਵੀ ਕਾਰਨ ਹੋ ਸਕਦਾ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜੇ ਨਾ ਭੁੱਲ ਕੀਤੀ, ਵਧੀਆ ਉਮੀਦਵਾਰ ਖੜਾ ਕਰ ਦਿੰਦੇ ਆ ਤਾਂ ਇਹ ਜਿੱਤ ਜਾਣਗੇ। ਆਮ ਆਦਮੀ ਪਾਰਟੀ ਦੀ ਸਥਿਤੀ ਜਿਹੜੀ ਉੱਥੇ ਮਜ਼ਬੂਤ ਆ, ਇਹੀ ਕਾਰਨ ਹੋ ਸਕਦਾ ਹੈ ਕਿ ਬੀਜੇਪੀ ਆਪਣੇ ਸਿਰ ਤੇ ਜਿਹੜਾ ਇਹ ਨਾਂ ਲੈਣਾ ਚਾਹੁੰਦੀ ਹੋਵੇ ਤੇ ਐਕਸਪੈਰੀਮੈਂਟ ਵੀ ਕਰਨਾ ਚਾਹੁੰਦੀ ਹੋਵੇ ਤੇ ਕਰਨਾ ਵੀ ਕਿਸੇ ਹੋਰ ਤੇ ਚਾਹੁੰਦੀ ਹੋਵੇ। ਜੇ ਹਾਰ ਗਏ ਤਾਂ ਢੀਂਡਸੇ ਹੁਣੀ ਹਾਰ ਗਏ, ਜੇ ਜਿੱਤ ਗਏ ਤਾਂ ਬੀਜੇਪੀ ਦੀ ਜਿੱਤ ਹੋਊਗੀ। ਇਹ ਤਾਂ ਬਹੁਤ ਕਲੀਅਰ ਆ, ਇਹ ਤਾਂ ਬਹੁਤ ਕਲੀਅਰ। ਮੈਂ ਇਸੇ ਕਰਕੇ ਗੱਲ ਕੀਤੀ ਵੀ ਸਿੰਬਲ ਕਿਹੜਾ ਹੋਊਗਾ, ਕੀ ਸਿੰਬਲ ਬੀਜੇਪੀ ਆਪਣਾ ਦੇਣਗੇ ਜਾਂ ਸਿੰਬਲ ਜਿਹੜਾ ਸੰਯੁਕਤ ਅਕਾਲੀ ਦਲ ਦਾ ਹੋਊਗਾ, ਜਾਂ ਇਹਦੇ ਨਾਲ ਕੱਲ ਨੂੰ ਹੋ ਸਕਦਾ ਕਿ ਉਹ ਜਿਹੜੇ ਆਪਣੇ ਅਮਰਿੰਦਰ ਸਿੰਘ ਹੈਗੀ ਉਹਨਾਂ ਦੀ PLC ਵਾਲੇ ਆ ਉਹ ਹੈਗੇ ਆ, ਉਹਨਾਂ ਦੀ ਪੋਸੀਬਿਲਿਟੀ ਵੀ ਨੇੜੇ ਆਉਣ ਦੀ ਹੈਗੀ ਆ। ਮੈਨੂੰ ਇਹ ਵੀ ਲੱਗਦਾ ਹੈ ਕਿ ਜੇ ਢੀਂਡਸਾ ਸਾਹਿਬ ਖੜੇ ਹੁੰਦੇ ਆ ਤੇ ਜਿਹੜਾ ਅਕਾਲੀ ਦਲ ਬਾਦਲ ਹੈਗਾ ਵਾ ਉਹ ਵੀ ਉਹਨਾਂ ਨੂੰ ਸਪੋਰਟ ਦੇ ਦੂਗਾ। ਮੈਨੂੰ ਨਹੀਂ ਲੱਗਦਾ ਵੀ ਅਕਾਲੀ ਦਲ ਬਾਦਲ ਦੇ ਵਿੱਚ ਕੋਈ ਵੀ ਇਸ ਕਿਸਮ ਦਾ ਜਿਹੜਾ ਕੈਂਡੀਡੇਟ ਉਹਨਾਂ ਕੋਲ ਹੈਗਾ ਕਿ ਜਿਹੜਾ ਇਸ ਸਮੇਂ ਜਿਹੜਾ ਹੈਗਾ ਉਹ ਫਾਈਟ ਕਰ ਸਕੇ ਜਾਂ ਇਸ ਸਮੇਂ ਲੜਾਈ ਦੇ ਮੈਦਾਨ 'ਚ ਆ ਸਕੇ। ਤਾਂ ਅਲਟੀਮੇਟਲੀ ਹਾਲਾਤ ਇਹ ਬਣਦੇ ਜਾ ਰਹੇ ਆ ਜਾਂ ਬੀਜੇਪੀ ਨੇ ਸਾਰਾ ਮੈਨੇਜ ਕਰ ਲਿਆ ਹੈ ਕਿ ਕਿਸ ਤਰੀਕੇ ਨਾਲ ਲੀਡ ਅਸੀਂ ਲੈਂਦੇ ਆ, ਕੈਂਡੀਡੇਟ ਉਹਨਾਂ ਦਾ ਦਿੰਦੇ ਆ। ਬਾਕੀ ਜਿਹੜੇ ਨੌਨ ਆਮ ਆਦਮੀ ਪਾਰਟੀਆਂ ਦੇ ਜਿਹੜੀਆਂ ਹੋਰ ਪੋਲੀਟੀਕਲ ਪਾਰਟੀਆਂ ਹੈਗੀਆਂ ਉਹ ਸਾਡੀ ਬੈਕ ਤੇ ਖੜੀ ਹੋ ਜਾਣਗੀਆਂ, ਐਕਸੈਪਟ ਸਿਮਰਜੀਤ ਸਿੰਘ ਮਾਨ ਜਿਹੜਾ ਹੈਗਾ ਹੋ ਸਕਦਾ ਵੀ ਉਹ ਇੰਡੀਪੈਂਡੈਂਟ ਲੜਨ ਜਾਂ ਜਿੱਦਾਂ ਵੀ ਆਪਣੇ ਤਰੀਕੇ ਨਾਲ ਲੜਨ। ਤਾਂ ਬੀਜੇਪੀ ਐਕਸਪੈਰੀਮੈਂਟ ਕਰ ਰਹੀ ਆ। ਬੀਜੇਪੀ ਪੰਜਾਬ ਦਾ ਜਿਹੜਾ 2-2.5 ਮਹੀਨੇ ਪਹਿਲਾਂ ਹੋਈ ਇਲੈਕਸ਼ਨ ਜਿਹੜੀ ਆ ਉਹ 'ਚ ਪਾਣੀ ਟੈਸਟ ਕਰਨਾ ਚਾਹੁੰਦੀ ਆ, ਕਿਉਂਕਿ ਪਿਛਲੀ ਇਲੈਕਸ਼ਨ ਦੇ ਵਿੱਚ ਜਿੱਡੀ ਵੱਡੀ ਨਮੋਸ਼ੀ ਭਰੀ ਹਾਰ ਬੀਜੇਪੀ ਨੂੰ ਹੋਈ ਆ, ਇਸ ਗੱਲ ਦੇ ਬਾਵਜੂਦ ਵੀ ਕਿ ਉਹਨਾਂ ਨੇ ਕਮਿਊਨਲਾਈਜ਼ ਕਰਨ ਦੀ ਗੱਲ ਕੀਤੀ, ਉਹਨਾਂ ਨੇ ਵੋਟਾਂ ਨੂੰ ਇਸ ਤਰੀਕੇ ਨਾਲ ਵੰਡਣ ਦੀ ਕਰ ਦਿੱਤੀ ਕਿ ਉਹਦੇ ਵਿੱਚ ਜਿਹੜਾ ਧੁਰੀ ਜਿਹੜੀ ਹੈਗੀ ਆ ਉਹ ਡਿਵੀਜ਼ਨ ਹੋ ਜਾਵੇ, ਜਿਹੜੀ ਨਹੀਂ ਹੋਈ। ਔਰ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਜਿਹੜਾ ਹਿੰਦੂ ਭਾਈਚਾਰਾ ਸੀਗਾ ਉਹਨਾਂ ਨੇ ਸਭ ਤੋਂ ਵੱਡੀ ਗਿਣਤੀ ਦੇ ਹਿੰਦੂ ਭਾਈਚਾਰੇ ਵੋਟਾਂ ਨੇ ਕਾਂਗਰਸ ਨੂੰ ਵੋਟ ਪਾਈ ਆ। ਭਾਵੇਂ ਕਿ ਕਾਂਗਰਸ ਨੇ ਜਿਹੜਾ ਹੈਗਾ ਸੀ ਜਾਖੜ ਸਾਹਿਬ ਨੂੰ ਮੁੱਖ ਮੰਤਰੀ ਨਹੀਂ ਬਣਾਇਆ, ਚੰਨੀ ਸਾਹਿਬ ਨੂੰ ਬਣਾਤਾ, ਫਿਰ ਵੀ ਜਿਹੜਾ ਪੰਜਾਬ ਦਾ ਹਿੰਦੂ ਭਾਈਚਾਰਾ ਸੀਗਾ ਉਹਨਾਂ ਨੇ ਇੱਕ ਕਿਸਮ ਦਾ ਜਿਹੜਾ ਬੀਜੇਪੀ ਨੂੰ ਇਹ ਮੈਸੇਜ ਦਿੱਤਾ ਕਿ ਜੋ ਤੁਹਾਡਾ ਇੱਥੇ ਅਪੀਲ ਬਾਹਰਲੇ ਪਾਸੇ ਚੱਲਦੀ ਆ ਉਹ ਇੱਥੇ ਨਹੀਂ ਚੱਲੂਗੀ। ਬਿਲਕੁਲ, ਭਾਵੇਂ ਕਿ ਰਾਜਨੀਤੀ ਦੇ ਵਿੱਚ ਬਹੁਤ ਜਲਦੀ ਚੀਜ਼ਾਂ ਜਿਹੜੀਆਂ ਵਾ ਉਹ ਬਦਲਦੀਆਂ ਰਹਿੰਦੀਆਂ ਵਾ। ਬਿਲਕੁਲ। ਅਗਲੀ ਖਬਰ ਦੀ ਡਾਕਟਰ ਸਾਹਿਬ ਆਪਾਂ ਗੱਲਬਾਤ ਕਰ ਲੈਂਦੇ ਹਾਂ। ਆਖਰੀ ਖਬਰ ਹੈ, ਲੀਡਰਾਂ ਦੀ ਨਾ ਇਹਨਾਂ ਦਿਨਾਂ 'ਚ ਸ਼ਾਮਤ ਜੀ ਆਈ ਪਈ ਹੈ। ਪਹਿਲਾਂ ਨਵਜੋਤ ਸਿੰਘ ਸਿੱਧੂ ਜੇਲ੍ਹ ਚਲੇ ਗਏ, ਫਿਰ ਸਿੰਗਲੇ ਦਾ ਪੰਗਾ ਜਿਹੜਾ ਪੈ ਗਿਆ, ਡਾਕਟਰ ਬਲਵੀਰ ਜਿਹੜੇ ਪਟਿਆਲਾ ਦਿਹਾਤੀ ਤੋਂ MLA ਨੇ ਉਹਨਾਂ ਨੂੰ ਸਜ਼ਾ ਹੋ ਗਈ, ਕੁਝ ਲੀਡਰਾਂ ਨੂੰ ਨੋਟਿਸ ਆਈ ਜਾਂਦੇ ਆ ਕੋਰਟ ਦੇ ਜਿਹੜੇ ਪਰਚੇ ਦਰਜ ਸੀ। ਤਾਂ ਹੁਣ ਜਿਹੜੇ ਹਰਿਆਣਾ ਦੇ ਸਾਬਕਾ CM ਚੌਟਾਲਾ ਨੇ ਉਹਨਾਂ ਨੂੰ ਜਿਹੜਾ ਓਮ ਪ੍ਰਕਾਸ਼ ਚੌਟਾਲਾ ਉਹਨਾਂ ਨੂੰ ਵੀ ਸਜ਼ਾ ਸੁਣਾ ਦਿੱਤੀ ਗਈ ਹੈ, ਜਿਹੜੀ 4 ਸਾਲ ਦੀ ਸਜ਼ਾ ਤੇ 50 ਲੱਖ ਰੁਪਏ ਦਾ ਜਿਹੜਾ ਇਹ ਜੁਰਮਾਨਾ ਤੇ 4 ਜਾਇਦਾਦਾਂ ਵੀ ਕਹਿੰਦੇ ਸੀਜ਼ ਹੋ ਜਾਣਗੀਆਂ। ਤਾਂ ਇਹ ਮਾਮਲਾ ਜਿਹੜਾ ਸਰ ਸੀਗਾ ਕਿ ਜ਼ਿਆਦਾ ਆਮਦਨ ਤੋਂ ਜ਼ਿਆਦਾ ਆਮਦਨ ਦਾ 199% ਜਿਹੜੀ ਉਹ ਜਾਇਦਾਦ ਆਮਦਨ ਤੋਂ ਜ਼ਿਆਦਾ ਬਣੀ ਹੋਈ ਹੈ। ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਇੱਕ ਤਾਂ ਲੀਡਰਾਂ ਦੀ ਸ਼ਾਮਤ ਨੂੰ ਤੇ ਪੰਜਾਬ ਦੇ ਵਿੱਚ ਵੀ ਅਜਿਹਾ ਕੁਝ ਹੋ ਸਕਦਾ ਹੈ? ਦੇਖੋ, ਪੋਲਿਊਸ਼ਨ ਜਿਹੜਾ ਹੈਗਾ, ਜਿਹੜਾ ਪੋਲੀਟੀਕਲ ਪੋਲਿਊਸ਼ਨ ਹੈਗਾ ਜਾਂ ਸੋਸ਼ਲ ਪੋਲਿਊਸ਼ਨ ਹੈਗਾ ਜਾਂ ਇਕਨੋਮਿਕ ਜਿਹੜੀ ਇੰਬੈਸਲਮੈਂਟਸ ਹੈਗੀਆਂ ਕੌਣ ਕਰਦੇ? ਇਹੀ ਲੋਕ ਤਾਂ ਕਰਦੇ ਰਹੇ। ਸਾਡਾ ਸਿਸਟਮ ਕਿਹਨੇ ਖਰਾਬ ਕੀਤਾ? ਇਹਨਾਂ ਪੋਲੀਟੀਕਲ ਲੀਡਰਾਂ ਨੇ ਕੀਤਾ, ਜਿਨ੍ਹਾਂ ਦੇ ਹੱਥ ਅਸੀਂ ਆਪਣੀ ਜਿਹੜੀ ਸੀ ਵਾਗਡੋਰ ਦਿੰਦੇ ਸੀਗੇ, ਆਪਣੀ ਕਿਸਮਤ ਦਿੰਦੇ ਸੀਗੇ। ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕੀਤਾ। ਤੁਸੀਂ ਚੌਟਾਲਾ ਸਾਹਿਬ ਦੀ ਗੱਲ ਕੀਤੀ ਆ, ਇਹ 199% ਤੁਸੀਂ ਵਾਧੇ ਦੀ ਗੱਲ ਕਰਦੇ ਹੋ। ਜਿਸ ਸਮੇਂ ਦਾ ਰੂਲ ਹੁੰਦਾ ਸੀ, ਤੁਸੀਂ ਹਰਿਆਣੇ ਦੇ ਉਸ ਸਮੇਂ ਦੇ ਕਿਸੇ ਵੀ ਜਿਹੜਾ ਥੋੜਾ ਵੀ ਅਵੇਅਰ ਬੰਦਾ ਉਹਦੇ ਨਾਲ ਗੱਲ ਕਰਕੇ ਵੇਖ ਲਓ ਕਿਸ ਕਿਸਮ ਦਾ ਰੂਲ ਹੁੰਦਾ ਸੀਗਾ, ਕਿਸ ਕਿਸਮ ਦੀ ਦਬੰਗਬਾਜ਼ੀ ਸੀਗੀ, ਕਿਸ ਕਿਸਮ ਦੀ ਧੱਕੇਬਾਜ਼ੀ ਸੀਗੀ, ਕਿਸ ਕਿਸਮ ਦਾ ਉਹਦੇ ਵਿੱਚ ਸਾਰਾ ਕੁਝ। ਖਾਸ ਕਰਕੇ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਕੇ ਕੋਰਟ ਦੇ ਵਿੱਚ ਝੂਠ ਬੋਲੋ ਕਿ ਇਹ ਪ੍ਰਾਪਰਟੀ ਮੇਰੀ ਨਹੀਂ ਹੈਗੀ, ਕਿ ਜੋ ਡਾਕੂਮੈਂਟਰੀ ਐਵੀਡੈਂਸਸ ਹੈਗੇ ਆ। ਮੈਨੂੰ ਕਹਿੰਦਾ ਸਜ਼ਾ ਮਿਲਣੀ ਚਾਹੀਦੀ ਆ, ਸਜ਼ਾ ਇਹੋ ਜਿਹੇ ਲੋਕਾਂ ਨੂੰ ਸਖਤ ਮਿਲਣੀ ਚਾਹੀਦੀ ਆ ਔਰ ਇਹਦੇ ਤੋਂ ਦੂਸਰਿਆਂ ਨੂੰ ਸਬਕ ਸਿੱਖਣਾ ਪਊਗਾ। ਅੱਜ ਤੱਕ ਹੁੰਦਾ ਇਹ ਸੀਗਾ ਕਿ ਕੁਛ ਨਹੀਂ ਵਿਗੜ ਸਕਦਾ, ਮੇਰਾ ਕੁਛ ਨਹੀਂ ਵਿਗਾੜ ਸਕਦਾ ਪੋਲੀਟੀਕਲ ਲੀਡਰਾਂ ਦਾ। ਆਪਾਂ ਦੇਖਿਆ ਹੈ ਵੱਡੇ ਹੀਨੀਅਸ ਕ੍ਰਾਈਮ ਕਰਕੇ ਵੀ ਬਚ ਕੇ ਚਲੇ ਜਾਂਦੇ ਸੀਗੇ ਔਰ ਜਿਹੜੇ ਆਮ ਮਾਤੜ ਬੰਦੇ ਹੁੰਦੇ ਸੀਗੇ ਉਹ ਜੇਲ੍ਹਾਂ ਦੇ ਵਿੱਚ ਸੜਦੇ ਰਹਿ ਜਾਂਦੇ ਸੀਗੇ। ਜੇ ਕੋਰਟਾਂ ਇਹ ਐਕਸ਼ਨ ਲੈ ਰਹੀਆਂ, ਇਹ ਗੱਲ ਠੀਕ ਆ ਕਿ ਹੁਣ ਇਸ ਵੇਲੇ ਕੋਰਟਸ ਇਸ ਕਰਕੇ ਪ੍ਰੋਐਕਟਿਵ ਹੈਗੀਆਂ ਕਿ ਤੁਹਾਡੇ ਕੋਲ ਐਵੀਡੈਂਸਿਸ ਹੈਗੇ ਆ, ਐਵੀਡੈਂਸ ਤੁਹਾਡੇ ਕੋਲ ਡਿਜੀਟਲ ਹੈਗੇ ਆ, ਐਵੀਡੈਂਸ ਤੁਹਾਡੇ ਕੋਲ ਇਲੈਕਟ੍ਰੋਨਿਕ ਹੈਗੇ ਆ, ਐਵੀਡੈਂਸ ਤੁਹਾਡੇ ਕੋਲ ਜਿਹੜਾ ਖਾਸ ਕਰਕੇ ਮੀਡੀਆ ਦਾ ਜਿਹੜਾ ਪ੍ਰੈਸ਼ਰ ਹੈ ਵੀ ਇੱਕ ਕਿਸਮ ਦਾ ਜਿਹੜਾ ਸਿਸਟਮ ਦੇ ਉੱਤੇ ਪੈਂਦਾ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿਹਨੇ ਇਸ ਕਿਸਮ ਦੀ ਬਦਮਾਨੀ ਕੀਤੀ ਆ, ਦੇਸ਼ 75 ਸਾਲਾਂ ਬਾਅਦ ਅਜੇ ਵੀ ਵੱਡੀ ਜਿਹੜੀ ਸਮੱਸਿਆ ਕਰਪਸ਼ਨ ਦੇ ਨਾਲ ਜੂਝਣ ਡਿਆ। ਤੁਸੀਂ ਸਿੰਗਲਾ ਸਾਹਿਬ ਦੀ ਗੱਲ ਕੀਤੀ, ਉਹ ਵੇਖੋ ਕੀ ਹੋਣ ਡਿਆ ਸੀ। ਉਹ ਤਾਂ ਲੱਗਦਾ ਪਹਿਲੇ ਦਿਨ ਤੋਂ ਇਸ ਪਾਸੇ ਲੱਗਾ ਸੀ। ਅਜੇ ਇਹ ਵੀ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਦੇ ਕਿੰਨੇ ਹੋਰ MLA ਔਰ ਕਿੰਨੇ ਮੰਤਰੀ ਜਿਹੜੇ ਉਹ ਇਸ ਕਿਸਮ ਦਾ ਕੰਮ ਕਰ ਰਹੇ ਹੋਣਗੇ। ਆਏ ਤਾਂ ਇਹਨਾਂ ਪਾਰਟੀਆਂ 'ਚੋਂ ਹੀ ਆ ਨਾ।
ਕੋਈ ਕਾਂਗਰਸ ਚੋਂ ਆਇਆ, ਪੰਜਾਬ ਦੇ ਵਿੱਚ ਵੀ ਇਹ ਹਾਲਾਤ ਜਿਹੜੇ ਦੇਖਣ ਨੂੰ ਮਿਲ ਸਕਦੇ ਆ, ਸਾਬਕਾ ਸੀਐਮਾਂ ਨੂੰ ਧੱਕਿਆ ਜਾ ਸਕਦਾ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਭਗਵੰਤ ਸਿੰਘ ਮਾਨ ਹੋਣੀ ਕਹਿੰਦੇ ਆ, ਜਾਂ ਆਪਾਂ ਵੀ ਕਹਿ ਰਹੇ ਹਾਂ ਕਿ ਸਿਰਫ ਆਪਣੇ ਵਾਲੇ ਜਿਹੜੇ ਕਰ ਰਹੇ ਉਹਨਾਂ ਨੂੰ ਤਾਂ ਤੁਸੀਂ ਫੜ ਹੀ ਰਹੇ ਹੋ, ਬਹੁਤ ਚੰਗੀ ਗੱਲ ਹੈ। ਔਰ ਜਿਨ੍ਹਾਂ ਨੂੰ ਤੁਸੀਂ ਖੁਦ ਸਟੇਜਾਂ ਤੋਂ ਇਹ ਕਹਿ ਕੇ ਕਹਿੰਦੇ ਰਹੇ ਹੋ ਕਿ ਇਹਨਾਂ ਨੇ ਪੰਜਾਬ ਲੁੱਟ ਖਾ ਲਿਆ, ਇਹਨਾਂ ਨੇ ਪੰਜਾਬ ਦੀ ਲੁੱਟ ਖਸੁੱਟ ਕੀਤੀ ਹੈ, 3.5 ਲੱਖ ਕਰੋੜ ਦਾ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਇਹਨਾਂ ਨੇ ਚਾੜਿਆ ਹੈ, ਉਹ ਲੀਡਰਾਂ ਨੂੰ ਜਿਹੜਾ ਤੁਸੀਂ ਖੁਦ ਨਾਮ ਲੈ ਕਹਿੰਦੇ ਹੁੰਦੇ ਸੀਗੇ, ਸਾਬਕਾ ਸੀਐਮ ਵੀ ਨੇ, ਸਾਬਕਾ ਮੰਤਰੀ ਵੀ ਨੇ, ਸਾਬਕਾ ਵਿਧਾਇਕ ਵੀ ਨੇ, ਵੱਖ-ਵੱਖ ਲੀਡਰ, ਕਿ ਉਹਨਾਂ ਦੇ ਵੀ ਇਹ ਦਿਨ ਜਲਦ ਆਉਣ ਵਾਲੇ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਕਸੁੱਟਿਆ? ਲੱਗਦਾ ਹੈ ਦੇਖੋ ਇਹ ਨਾ ਚੈਲੰਜ ਬਹੁਤ ਵੱਡਾ ਹੈ। ਭਗਵੰਤ ਸਿੰਘ ਮਾਨ ਕੋਲ ਨਾ ਮਲਟੀਪਲ ਚੈਲੰਜਸ ਹੈਗੇ ਆ ਹਰ ਪਾਸੇ, ਜਿਸ ਪਾਸੇ ਵੱਲੋਂ ਕੋਈ ਨਗਾਰ ਇੰਨਾ ਜ਼ਿਆਦਾ ਹੈ, ਕੋਈ ਥਾਂ ਲੈ ਲਓ ਤੁਸੀਂ, ਪਿੰਡਾਂ ਦੇ ਛੱਪੜਾਂ ਤੋਂ ਲੈ ਕੇ ਉਹਨਾਂ ਦੇ ਕਬਜ਼ਾ ਕਰਨ ਦੇ ਉੱਤੇ, ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਕਰਨ ਤੋਂ ਲੈ ਕੇ ਹਰ ਪਾਸੇ ਹੀ ਹਰ ਇੰਸਟੀਟਿਊਸ਼ਨ ਦੇ ਵਿੱਚ ਡਿਕੇ ਹੈਗਾ, ਹਰ ਪਾਸੇ ਜਿਹੜਾ ਕੋਈ ਨਾ ਕੋਈ ਘਟਾਲਾ ਉਸ ਪਾਸੇ ਤੁਰਿਆ ਫਿਰਦਾ, ਪੋਲੀਟੀਕਲ ਲੀਡਰਸ ਵੀ ਹੈਗੇ ਆ, ਸਾਰਾ ਕੁਝ ਹੈਗਾ। ਹਾਂ, ਇਹਨਾਂ ਕੋਲ ਠੀਕ ਆ ਕਿ ਇਹਨਾਂ ਦੀ ਸਪੋਰਟ ਜਨਰੇਟ ਹੋ ਰਹੀ ਆ। ਜੇ ਇਹ ਇਸ ਕਿਸਮ ਦੇ ਲੋਕਾਂ ਦੇ ਖਿਲਾਫ, ਚਾਹੇ ਉਹ ਸਾਡੀ ਪੁਰਾਣੀ ਸਰਕਾਰਾਂ ਦੇ ਮੰਤਰੀ ਕਿਉਂ ਨਾ ਹੋਣ, ਜਾਂ ਮੁੱਖ ਮੰਤਰੀ ਕਿਉਂ ਨਾ ਹੋਣ, ਜਾਂ ਹੋਰ ਅਧਿਕਾਰੀ ਕਿਉਂ ਨਾ ਹੋਣ, ਠੀਕ ਆ, ਉਹਨਾਂ ਨੇ ਉਹ ਜਿਹੜਾ ਇਰੀਗੇਸ਼ਨ ਦਾ ਜਿਹੜਾ ਸਕੈਮ ਸੀਗਾ, ਕਿਸ ਕਿਸਮ ਦੇ ਲੋਕਾਂ ਦੇ ਵਿੱਚ, ਵੱਡੇ ਲੋਕਾਂ ਦੇ ਵਿੱਚ ਨਾ ਆਏ ਆ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇੱਕ ਮੈਸੇਜ ਦੇਣਾ ਤਾਂ ਬਹੁਤ ਜ਼ਰੂਰੀ ਬਣਦਾ ਹੈ। ਲੋਕਾਂ ਦਾ ਸਿਸਟਮ ਤੋਂ ਵਿਸ਼ਵਾਸ ਉੱਠ ਗਿਆ ਸੀਗਾ। ਕਿਉਂ ਲੋਕੀ ਪੰਜਾਬ 'ਚ ਨਹੀਂ ਰਹਿਣਾ ਚਾਹੁੰਦੇ, ਕਿਉਂ ਲੋਕੀ ਆਪਣੇ ਨਿਆਣੇ ਨੂੰ ਬਾਹਰ ਘਲਾਈ ਜਾਂਦੇ ਆ, ਕਿਉਂ ਲੋਕੀ ਜਿਹੜੇ ਹੈਗੇ ਆ ਉਹਨਾਂ ਦਾ ਪੰਜਾਬ 'ਚ ਦਿਲ ਨਹੀਂ ਲੱਗਦਾ। ਇਸੇ ਕਰਕੇ ਨਹੀਂ ਲੱਗਦਾ ਕਿ ਉਹਨਾਂ ਦੇ ਸਾਹਮਣੇ ਚੀਜ਼ਾਂ ਦਿਖਾਈ ਦਿੰਦੀਆਂ ਵਾ, ਹਰ ਪਾਸੇ ਹੀ ਤੁਸੀਂ ਕਿਤੇ ਵੀ ਹੱਥ ਪਾ ਕੇ ਵੇਖ ਲਓ, ਤੁਹਾਨੂੰ ਕਿਤੇ ਕੋਈ ਸਹਾਰਾ ਨਹੀਂ ਦਿਖਦਾ। ਜੇ ਭਗਵੰਤ ਸਿੰਘ ਮਾਨ ਇਹ ਕਰ ਰਿਹਾ, ਬਹੁਤ ਚੰਗੀ ਗੱਲ ਆ, ਪੰਜਾਬ ਉਹਨਾਂ ਦੇ ਇਸ ਗੱਲ ਨੂੰ ਬਹੁਤ ਅਪਰੀਸ਼ੀਏਟ ਕਰ ਰਿਹਾ ਹੈ, ਔਰ ਮੇਰਾ ਖਿਆਲ ਹੈ ਕਿ ਇਹਨੂੰ ਸਸਟੇਨ ਕਰਨਾ ਬਹੁਤ ਜ਼ਰੂਰੀ ਹੈ। ਇੱਕ ਬੰਦੇ ਨੂੰ ਤੁਸੀਂ ਕਰ ਦਿੱਤਾ, ਬਹੁਤ ਵਧੀਆ, ਉਹਦੀ ਤਹਿ ਤੱਕ ਜਾਣਾ ਜ਼ਰੂਰੀ ਹੈ। ਅਸਲ ਦੇ ਵਿੱਚ ਕਰਪਸ਼ਨ ਇੱਕ ਸਿਸਟਮ ਬਣ ਚੁੱਕਾ ਹੈ। ਕਰਪਸ਼ਨ ਇੱਕ ਜਿਹੜਾ ਹੈਗਾ, ਇੱਕ ਜਿੱਦਾਂ ਖਾਸ ਕਰਕੇ ਇੱਕ ਮੈਕੈਨਿਜ਼ਮ ਬਣ ਚੁੱਕਾ ਹੈ, ਜਿਸ ਤੋਂ ਬਿਨਾਂ ਕੰਮ ਚੱਲਦਾ। ਇਹ ਠੀਕ ਆ, ਕਿਸੇ ਵੇਲੇ ਸਾਡੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਕਹਿ ਦਿੱਤਾ ਸੀਗਾ ਕਿ ਕਰਪਸ਼ਨ ਜਿਹੜਾ ਹੈਗਾ, ਉਹਦੇ ਨਾਲ ਜਿਹੜੀ ਮਸ਼ੀਨਰੀ ਜਿਹੜੀ ਆ ਉਹ ਚੱਲਦੀ ਉਹਦੇ ਵਿੱਚੋਂ। ਪਰ ਹੁਣ ਇਸ ਵੇਲੇ ਇਸ ਹੱਦ ਤੱਕ ਪਹੁੰਚ ਗਿਆ ਕਿ ਹਰ ਆਦਮੀ ਦੀ ਜ਼ਿੰਦਗੀ ਦੇ ਨਾਲ ਸਿੱਧੇ ਤੌਰ 'ਤੇ ਵਿਵਸਥਾ ਹੈਗਾ, ਇਹਨੂੰ ਤੋੜਨਾ ਬਹੁਤ ਜ਼ਰੂਰੀ ਆ। ਜੇ ਭਗਵੰਤ ਸਿੰਘ ਮਾਨ ਉਸ ਸਿਸਟਮ ਦਾ ਲੱਕ ਤੋੜ ਦਿੰਦੇ ਆ, ਜਾਂ ਇੱਕ ਨਵਾਂ ਆਲਟਰਨੇਟਿਵ ਸਿਸਟਮ ਲੋਕਾਂ ਦੇ ਸਾਹਮਣੇ ਰੱਖ ਦਿੰਦੇ ਆ, ਜਿੱਥੇ ਕਰਪਸ਼ਨ ਦੀ ਪੋਸੀਬਿਲਿਟੀ ਬਹੁਤ ਘੱਟ ਜਾਂਦੀ ਆ, ਮੇਰੇ ਖਿਆਲ ਆ ਕਿ ਉਹ ਪੰਜਾਬ ਦੇ ਲੋਕਾਂ ਲਈ ਇੱਕ ਬਹੁਤ ਵੱਡੀ ਸੇਵਾ ਹੋਊਗੀ। ਔਰ ਪੰਜਾਬ ਦੇ ਲੋਕ ਜਿਹੜੇ ਹੈਗੇ ਉਸ ਸੇਵਾ ਦਾ ਮੁੱਲ ਜਿਹੜਾ ਇਹਨਾਂ ਨੂੰ ਜ਼ਰੂਰ ਦੇਣਗੇ। ਇਹ ਇਹਨਾਂ ਤੇ ਡਿਪੈਂਡ ਹੈਗਾ। ਤਾਂ ਇਸ ਕਰਕੇ ਫੋਕਸ ਕਰਨਾ ਚਾਹੀਦਾ, ਔਰ ਇਹ ਇਕੱਲਾ ਵਿਅਕਤੀ ਨਹੀਂ ਕਰ ਸਕਦਾ। ਜਿੱਦਾਂ ਤੁਸੀਂ ਦੇਖਿਆ ਕਿ ਮੰਤਰੀ ਮੰਡਲ 'ਚ ਬੈਠਾ ਬੰਦਾ ਹੈ, ਕਿੱਦਾਂ ਚੂਹੇ ਵਾਂਗੂ ਸਭ ਕੁਝ ਕੱਟੀ ਜਾਂਦਾ ਸੀਗਾ। ਹੋਰ ਵੀ ਹੋ ਸਕਦੇ ਆ, ਦੁੱਧ ਧੋਤੇ ਤਾਂ ਹੈ ਨਹੀਂ ਹੋ ਸਕਦੇ, MLA ਵੀ ਹੈਗੇ ਆ। ਰਿਪੋਰਟਾਂ ਵੀ ਆ ਰਹੀਆਂ ਕਿ ਜਿਹੜੇ ਇਹਨਾਂ ਦੇ ਨਵੇਂ ਚੌਧਰੀ ਬਣੇ ਆ, ਪਾਰਟੀ 'ਚ ਆ ਰਹੇ ਦੂਸਰੇ ਪਾਰਟੀਆਂ ਤੋਂ, ਉਹਨਾਂ ਪੁਰਾਣੇ ਲੀਡਰਾਂ ਨੂੰ ਜਿਹੜੇ ਇਹਨਾਂ ਦੇ ਨਾਲ ਸੀ ਉਹਨਾਂ ਨੂੰ ਲਾਂਭੇ ਛੱਡ ਕੇ ਡਿਕਟੇਟ ਕਰਨਾ ਸ਼ੁਰੂ ਕਰ ਦਿੱਤਾ। ਇਹ ਰਿਪੋਰਟਾਂ ਇਹਨਾਂ ਕੋਲ ਵੀ ਹੈਗੀਆਂ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹਦੇ ਲਈ ਇਹਨਾਂ ਨੂੰ ਇੱਕ ਪਾਲਿਸੀ ਵੀ ਬਣਾਉਣੀ ਪਊਗੀ, ਇੱਕ ਕਲੀਅਰ ਕੱਟ ਡੂਜ਼ ਐਂਡ ਡੂ ਨਾਟ ਕਰਨੇ ਪੈਣਗੇ। ਲੋਕਪਾਲ ਬਿੱਲ ਤਕੜਾ ਲਿਆਉਣਾ ਪਊਗਾ। ਤਕੜੇ ਦਾ ਮਤਲਬ ਹੈਗਾ ਉੱਥੇ ਬਹੁਤ ਹੀ ਇੰਟੈਗ੍ਰਿਟੀ ਦਾ ਬੰਦਾ ਜਿਹੜਾ ਉਹਦੇ ਵਿੱਚ ਲਾਉਣਾ ਪਊਗਾ। ਉਹਦੇ ਵਿੱਚ ਮੁੱਖ ਮੰਤਰੀ ਵੀ ਉਹਦੇ ਅਧਿਕਾਰ ਥੱਲੇ ਆਉਣਾ ਚਾਹੀਦਾ। ਸੇਵਾਦਾਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਜਿਹੜਾ ਉਹਦੇ ਅਧਿਕਾਰ ਥੱਲੇ ਆਵੇ। ਇੱਕ ਡਾਕਟਰ ਸਾਹਿਬ ਨਾ ਇੱਕ ਅਹਿਮ ਖਬਰ ਆ ਗਈ ਹੈ, ਮੈਂ ਚਾਹੁੰਦਾ ਕਿ ਮਾੜੀ ਜੀ ਆਪਾਂ ਲੈ ਲਈਏ ਜੀ। ਹੁਣੇ ਨਾ ਅਦਾਲਤ ਦੇ ਵਿੱਚ ਪੇਸ਼ ਕਰਕੇ ਜਿਹੜੇ ਵਿਜੇ ਸਿੰਗਲਾ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਛੱਡਣ ਜਾਇਆ ਜਾ ਰਿਹਾ ਸੀਗਾ, ਤਾਂ ਹੁਣ ਉਹਨਾਂ ਨੇ ਇਹ ਵੱਡਾ ਬਿਆਨ ਦੇ ਦਿੱਤਾ। ਕਹਿੰਦੇ ਮੈਂ ਬੇਕਸੂਰ ਹਾਂ, ਸਾਜ਼ਿਸ਼ ਦੇ ਤਹਿਤ ਮੈਨੂੰ ਫਸਾਇਆ ਗਿਆ। ਇਹਦੇ ਵਿੱਚ ਕੀ ਗੱਲਬਾਤ ਹੋ ਸਕਦੀ ਹੈ? ਕਿਉਂਕਿ ਵਿਰੋਧੀ ਵੀ ਬਹੁਤ ਸਾਰੇ ਕਹਿ ਰਹੇ ਨੇ ਕਿ ਆਪਣੇ ਨੰਬਰ ਬਣਾਉਣ ਦੇ ਲਈ, ਲੋਕਾਂ ਦੇ ਵਿੱਚ ਆਪਦੀ ਇਮੇਜ ਬਣਾਉਣ ਦੇ ਲਈ ਇੱਦਾਂ ਦੇ ਛੜਯੰਤਰ ਜਿਹੜੇ ਆਮ ਆਦਮੀ ਪਾਰਟੀ ਰਚ ਰਹੀ ਹੈ। ਤੇ ਇਹ ਜਿਹੜੀਆਂ ਗੱਲਾਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਕਹਿੰਦੇ ਰਹੇ ਆ, ਤੇ ਵਿਰੋਧੀ ਇਹੋ ਜਿਹੇ ਇਲਜ਼ਾਮ ਲਾਉਂਦੇ ਨੇ, ਤੇ ਉਧਰ ਫਸੇ ਫਸਾਏ ਵਿਜੇ ਸਿੰਗਲਾ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਬਾਹਰੋਂ ਸਾਜ਼ਿਸ਼ ਕਰਕੇ ਫਸਾਇਆ ਗਿਆ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ, ਕਿ ਵਾਕਈ ਕੋਈ ਇਹੋ ਜਿਹੀ ਗੱਲ ਹੋ ਸਕਦੀ ਹੈ? ਜਿਹੜਾ ਫਸਦਾ ਉਹ ਤੇ ਇਦਾਂ ਹੀ ਕਹਿੰਦਾ ਸਾਜ਼ਿਸ਼ ਹੈਗੀ। ਉਹਦੇ ਬਹੁਤ ਸਾਰੇ ਜੋ ਖਬਰਾਂ ਜੀ ਪੜਿਆ ਸੀ, ਦੇਖਿਆ ਐਵੀਡੈਂਸਸ ਹੈਗੇ ਆ। ਕੋਈ ਚੀਫ ਮਿਨਿਸਟਰ ਨੇ ਅੱਜ ਤੱਕ ਇਦਾਂ ਐਕਸ਼ਨ ਲਿਆ? ਜੇ ਹੋਰ ਕੋਈ ਇੱਕ ਗੱਲ ਹੋਰ ਬੜੀ ਅਹਿਮ ਹੈ, ਕਿਉਂਕਿ ਸ਼ੱਕ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਜੇ ਤੁਹਾਡੇ ਕੋਲ ਐਵੀਡੈਂਸ ਕੋਈ ਕਾਲ ਰਿਕਾਰਡਿੰਗ ਵਗੈਰਾ ਹੈਗੀ ਆ, ਤਾਂ ਮੰਤਰੀ ਤੁਸੀਂ ਫਸਾ ਹੀ ਲਿਆ, ਤਾਂ ਤੁਸੀਂ ਉਹਨੂੰ ਛੱਡ ਸਕਦੇ ਹੋ, ਲੋਕਾਂ ਦੇ ਵਿੱਚ ਜਨਤਕ ਉਸ ਚੀਜ਼ ਨੂੰ ਜਿਹੜਾ ਉਹ ਕਰ ਸਕਦੇ ਹੋ, ਸੁਣਵਾ ਸਕਦੇ ਹੋ। ਲੋਕ ਸ਼ੱਕ ਇਸ ਲਈ ਕਰ ਰਿਹਾ, ਸੁਖਪਾਲ ਸਿੰਘ ਖਹਿਰਾ ਵਰਗੇ ਜਾਂ ਹੋਰ, ਕਿਉਂਕਿ ਪਹਿਲਾਂ ਇਹ ਵੀ ਗੱਲ ਕਹੀ ਗਈ ਸੀਗੀ ਕਿ ਅਸੀਂ ਜਿਹੜਾ ਸਟਿੰਗ ਆਪਰੇਸ਼ਨ ਵੋਟਾਂ ਤੋਂ ਪਹਿਲਾਂ 2017 ਦੀਆਂ ਵੋਟਾਂ ਤੋਂ ਪਹਿਲਾਂ ਕਹਿੰਦੇ ਕਿ ਅਸੀਂ ਸੁੱਚਾ ਸਿੰਘ ਛੋਟੇਪੁਰ ਦਾ ਵੀ ਕੀਤਾ ਸੀ, ਉਹਨਾਂ ਨੇ ਵੀ ਕਰਪਸ਼ਨ ਕੀਤੀ ਸੀ। ਤਾਂ ਉਹ ਅੱਜ ਤੱਕ ਵੀ ਸਟਿੰਗ ਆਪਰੇਸ਼ਨ ਜਿਹੜਾ
ਉਹ ਨਹੀਂ ਦਿਖਾ ਸਕੀ ਆਮ ਆਦਮੀ ਪਾਰਟੀ। ਤਾਂ ਉਦੋਂ ਵੀ ਇਹ ਲੱਗਿਆ ਸੀਗਾ ਕਿ ਮੁੱਖ ਮੰਤਰੀ ਦੇ ਦਾਅਵੇਦਾਰ ਨੂੰ ਘੱਟ ਕਰਨ ਦੇ ਲਈ ਜਿਹੜਾ ਉਹਦੇ ਨਾਲ ਇਹ ਕੰਮ ਕੀਤਾ ਗਿਆ, ਤੇ ਸਟਿੰਗ ਜਿਹੜਾ ਅੱਜ ਤੱਕ ਨਹੀਂ ਦਿਖਾ ਸਕੀ ਪਾਰਟੀ। ਤੇ ਇਹਦੇ ਵਿੱਚ ਵੀ ਅਜਿਹਾ ਹੀ ਕੀਤਾ ਜਾ ਰਿਹਾ। ਜੇ ਵਾਕਈ ਕੋਈ ਸਬੂਤ, ਕੋਈ ਰਿਕਾਰਡਿੰਗ ਹੈਗਾ ਤਾਂ ਲੋਕਾਂ ਦੇ ਵਿੱਚ ਰੱਖ ਦਿਓ। मेरा ख्याल है सुच्चा सिंह के केस में इतना जोड़ना बहुत मैं लगता है मैच्योर गल हैगी, पोलीटिकल इशू में बनाई चलो। वो सुच्चा सिंह वाला केस जिहड़ा सीगा वो टिकटां पैसे लैके सारे वंडदे आ, किनू पैसे दिंदे आ, उहनूं करप्शन कहांगे जां पोलीटिकल डोनेशन कहांगे, ओहदी मैं गल आपां नहीं करदे। इस केस दे विच आपां कहने आ कि क्योंकि अपोजिशन पार्टियां वाले गल कह रहे हैं, ड्रामा एडा वड्डा ड्रामा कोई नहीं हुंदा। मैनूं ये लगदा कि जे ये अपोजिशन वालियां जो मर्जी कही जाओ, पर आम जनता के मन के उत्ते अपोजिशन का आर्गूमेंट जिहड़ा हैगा वो बहुता काट इस करके नहीं करता कि यही अपोजिशन पार्टियां के लीडर, इन्हां दियां सरकारां बहुत वड्डे वड्डे घटालियां दे विच फसियां। सानूं पता कि इत्थे एक बार्डर दे विच एक मंत्री सीगा, वो सारे संघर्ष कमेटी वाले जोर लाउंदे रहे भी बार्डर एरिए का इन्ना पैसा आया सीगा, और बादल साहब के समय की गल हैगी आ, कोई उहदे उत्ते असर नहीं होया। प्राइमा फेसी एविडेंसिस भी हैगे सीगे, कोई असर नहीं सी हुंदा। कहण तो भाव ये हैगा कि ये अपोजिशन वाले गल कही जाण, पर उन्हां दी भी गल हजम नहीं होण डई। इस करके हजम नहीं होण डई कि उन्हां को होर कहण नूं की आ, बाकी तां इंटरप्रिटेशन ही हैगी आ। अमरिंदर सिंह दे कोल किन्ने केस आए सीगे, रिटन कंप्लेंट्स भी आईयां कि उन्होंने एक्शन लिया। बादल साहब को किन्ने केस आए, उन्होंने कोई एक्शन लिया। बेअंत सिंह को किन्ने केस आए, एप्रीशिएट करदे आ, सारे लोग भी एप्रीशिएट कर रहे आ। आपां नूं ਅੱਗੇ ਵੀ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਚੱਲਦੀਆਂ ਰਹਿਣੀਆਂ ਚਾਹੀਦੀਆਂ, ਤਾਂ ਜੋ ਸਾਰਿਆਂ ਨੂੰ ਕੰਨ ਰਹਿੰਦੇ ਆ, ਕਾਂ ਮਾਰ ਕੇ ਟੰਗਣੇ ਚਾਹੀਦੇ ਆ। ਪਰ ਡਾਕਟਰ ਸਾਹਿਬ ਇਹ ਨਹੀਂ ਲੱਗਦਾ ਕਿ ਇਹਦੇ ਵਿੱਚ ਜਿਹੜੀ ਜੇ ਕੋਈ ਸਬੂਤ ਹੈਗਾ ਤਾਂ ਉਹ ਜਿਹੜੇ ਜਨਤਕ ਕਰ ਦੇਣੇ ਚਾਹੀਦੇ ਆ, ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਯਾਰ ਵਾਕਈ ਇਹ ਜਿਹੜੀ ਕਾਲ ਰਿਕਾਰਡਿੰਗ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈ, ਸਟਿੰਗ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, ਲੱਗਦਾ ਨਹੀਂ ਕਿ ਕਰ ਦੇਣਾ ਚਾਹੀਦਾ ਜਨਤਕ। ਸਿੱਧੂ ਸਾਹਿਬ ਜਿੰਨਾ ਚਿਰ ਉਹ ਕੋਰਟ ਜਾਊਗੀ, ਕੋਰਟ ਉਹਦੀ ਜਿਹੜੀ ਖਾਸ ਕਰਕੇ ਉਹਨੂੰ ਟੈਸਟ ਕਰਨਗੇ, ਉਹਦੀ ਅਥੈਂਟਿਸਿਟੀ ਚੈੱਕ ਹੋਊਗੀ। ਜੀ 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 ਜੀ। और क्योंकि ये कोर्ट जिहड़ा हैगा क्रिमिनल केस बन गया है, एक जिहड़ा केस हैगा कोर्ट की निगरानी अधीन है, जो उन्होंने रिमांड दिता है जां जेल च भेजा है, हुण जिहड़ी ऑडियो वीडियो हैगी आ उहनूं जिहड़ा हैगा उहदी अथैंटिसिटी चैक होਊਗੀ। ये चीफ मिनिस्टर साहब ने कहा कि वो बंदा मेरे कोलों मन गया है, और जिस कमरे दे विच उहनूं सद्दिया गया वा, ਜਿਹੜੀ ਗੱਲ ਅਸੀਂ ਸੁਣੀ ਆ, ਜਿਸ ਕਮਰੇ 'ਚ ਉਹਨੇ ਮੰਨਿਆ ਮੇਰੇ ਕੋ, ਜਾਂ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੇ ਗੋਡਿਆਂ ਨੂੰ ਹੱਥ ਲਾਇਆ ਵਾ, ਜਾਂ ਉਹਨਾਂ ਦਾ ਹੋਰ ਜਿਹੜਾ ਭਾਣਜਾ ਭਤੀਜਾ ਸੀਗਾ, ਦੋਵੇਂ ਉਹਨਾਂ ਨੇ ਗਿੜਗੜਾਉਂਦੇ ਦਿਖੇ ਆ, ਉਹਦੇ ਐਵੀਡੈਂਸ ਵੀ ਉਹਨਾਂ ਦੇ ਕੋਲ ਹੈਗੇ। ਇਹ ਠੀਕ ਗੱਲ ਹੈਗੀ ਕਿ ਖਹਿਰਾ ਸਾਹਿਬ ਜਾਣਦੇ ਹੋਣੇ ਕਿ ਆਮ ਆਦਮੀ ਪਾਰਟੀ ਦੇ ਕੋਲ ਇਹ ਬਹੁਤ ਵੱਡਾ ਹਥਿਆਰ ਹੈਗਾ, ਇੱਦਾਂ ਦੀ ਜਿਹੜੀ ਖਾਸ ਕਰਕੇ ਟੈਕਨੋਲੋਜੀ ਨੂੰ ਯੂਜ਼ ਕਰਨਾ। ਉਹ ਆਪਣਿਆਂ ਦੇ ਖਿਲਾਫ ਵੀ, ਆਪਣਿਆਂ ਲਈ ਵੀ ਕਰਦੇ ਆ, ਉਹ ਵਿਰੋਧੀਆਂ ਲਈ ਵੀ ਕਰਦੇ ਆ। ਤੇ ਮੈਨੂੰ ਨਹੀਂ ਲੱਗਦਾ ਵੀ ਇਸ ਕੇਸ ਦੇ ਵਿੱਚ ਇਹ ਗੱਲ ਕਹਿਣੀ ਕਿ ਕੋਈ ਨਟੰਕੀ ਕੀਤੀ ਆ, ਏਡੀ ਵੱਡੀ ਨਟੰਕੀ ਨਹੀਂ ਹੋ ਸਕਦੀ। ਜੇ ਨਟੰਕੀ ਕਰਨੀ ਹੁੰਦੀ ਤੇ ਏਡਾ ਵੱਡਾ ਮਹਿਕਮਾ ਨਾ ਦਿੱਤਾ ਜਾਂਦਾ। ਮੈਨੂੰ ਲੱਗਦਾ, ਮੈਨੂੰ ਨਹੀਂ ਪਤਾ ਉਹ ਕਿਸ ਪਰਿਵਾਰ ਨੂੰ ਬਿਲੋਂਗ ਕਰਦੇ ਆ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਕਾਮਰੇਡ ਵੀ ਹੈਗੇ ਆ, ਤੇ RSS ਵੀ ਹੈਗੀ ਆ, ਤੇ ਵਿਚਲੇ ਲੋਕ ਵੀ ਹੈਗੇ ਆ। ਇਸ ਕਰਕੇ ਇਹ ਜਿਹੜਾ ਉਹਨਾਂ ਨੂੰ ਏਡਾ ਵੱਡਾ ਮਹਿਕਮਾ ਦੇਣਾ, ਕਿਉਂ ਹੈਲਥ ਦਾ ਮਹਿਕਮਾ ਦੇਣਾ, ਜਿਹਦਾ ਬਜਟ ਵੀ ਇੰਨਾ ਜ਼ਿਆਦਾ ਹੈਗਾ ਵਾ, ਜਾਂ ਜਿਹੜਾ ਇਹਨਾਂ ਲਈ ਬਹੁਤ ਇੰਪੋਰਟੈਂਟ ਵੀ ਹੈਗਾ ਵਾ, ਉਹਨੂੰ ਇਸ ਤਰੀਕੇ ਨਾਲ ਬਾਹਰ ਕੱਢਣਾ, ਇਸ ਕਿਸਮ ਦੀ ਨਟੰਕੀ ਕਰਨ ਲਈ ਜਾਂ ਇਸ ਕਿਸਮ ਦੀ ਸਾਜ਼ਿਸ਼ ਕਰਨ ਵਾਸਤੇ ਸਰਕਾਰ ਨੂੰ ਮੇਰੇ ਖਿਆਲ ਕੋਈ ਬਹੁਤੀ ਲੋੜ ਨਹੀਂ ਸੀ। ਚੀਫ ਮਿਨਿਸਟਰ ਉੱਦਾਂ ਮੈਨੂੰ ਡਿਸਮਿਸ ਕਰ ਸਕਦਾ ਸੀਗਾ। ਚੀਫ ਮਿਨਿਸਟਰ ਕੋਲ ਪ੍ਰੈਰੋਗੇਟਿਵ ਹੈਗਾ ਕਿ ਜਿਹਨੂੰ ਮਰਜ਼ੀ ਹਟਾ ਦੇਵੇ ਜਾਂ ਜਿਹਦੇ ਕੋਲ ਮਰਜ਼ੀ ਰੈਜ਼ਿਗਨੇਸ਼ਨ ਲੈ ਲਵੇ। ਮੇਰੇ ਖਿਆਲ ਇਹ ਤਾਂ ਪੋਲੀਟੀਕਲ ਲੀਡਰਾਂ ਨੇ ਗੱਲ ਕਹਿਣੀ ਹੁੰਦੀ ਆ, ਬਾਕੀ ਤਾਂ ਸਾਰੀ ਗੱਲਾਂ ਸਮੇਂ ਦੇ ਨਾਲ ਹੋਣਗੀਆਂ। ਪਰ ਇਹ ਗੱਲ ਜ਼ਰੂਰ ਹੈਗੀ ਆ ਕਿ ਇਹ ਗੱਲ ਇੱਥੇ ਨਹੀਂ ਰੁਕਣੀ ਚਾਹੀਦੀ। ਡਾਊਨ ਜਿਹੜਾ ਹੈਗਾ ਥੱਲੇ ਤੱਕ ਜਾਣਾ ਚਾਹੀਦਾ ਮੈਸੇਜ, ਥੱਲੜੇ ਪਾਸੇ ਨੈਟਵਰਕਿੰਗ ਨਾ ਬਣੇ, ਜਿਹੜਾ ਖਾਸ ਕਰਕੇ ਥਾਣਿਆਂ ਦੇ ਵਿੱਚ ਆ, ਮੁਨਸ਼ੀਆਂ ਦੇ ਨਾਲ ਹੈਗਾ, ਤਹਿਸੀਲਾਂ ਦੇ ਵਿੱਚ ਆ, ਪਟਵਾਰੀਆਂ ਦੇ ਨਾਲ ਹੈਗਾ, ਹੋਰ ਥਾਵਾਂ ਦੇ ਉੱਤੇ ਜੇ ਇਹ ਮੈਸੇਜ ਉੱਥੇ ਤੱਕ ਪਰਕੂਲੇਟ ਕੇ ਹੁੰਦਾ ਵਾ ਤੇ ਮੇਰੇ ਖਿਆਲ ਇਹਦੇ ਪੋਜ਼ਿਟਿਵ ਜਿਹੜਾ ਅਸਰ ਤੁਹਾਡੀ ਸਾਡੀ ਜ਼ਿੰਦਗੀ ਦੇ ਉੱਤੇ ਹੋਊਗਾ। ਬਿਲਕੁਲ ਜ਼ਰੂਰ। ਤਾਂ ਸਰ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਤਾਂ ਇਹ ਸਨ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ, ਜਿਹੜੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਕਿ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ ਹੋਰਾਂ ਦੇ ਜਿਹੜੇ ਕੀਮਤੀ ਵਿਚਾਰ ਨੇ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।